ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਆਪਾਂ ਖੇਤੀਬਾੜੀ ਜਿਹੜੀ ਕੈਲੀਫੋਰਨੀਆ ਦੀ ਖੇਤੀਬਾੜੀ ਹੈ ਇਹਦੇ ਨਾਲ ਜਿਹੜੀਆਂ ਸਮੱਸਿਆਵਾਂ ਜੁੜੀਆਂ ਤੇ ਉਹਨਾਂ ਦੇ ਹੱਲ ਤੇ ਕੈਲੀਫੋਰਨੀਆ ਦੀਆਂ ਖੇਤੀਬਾੜੀ ਦੀਆਂ ਸੰਭਾਵਨਾਵਾਂ ਤੇ ਆਪਾਂ ਚਰਚਾ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਨੇ ਵਿਸ਼ੇਸ਼ ਤੌਰ ਤੇ ਜਸਬੀਰ ਸਿੰਘ ਸਿੱਧੂ ਜੀ, ਜਿਨ੍ਹਾਂ ਦਾ ਆਪਾਂ ਸਵਾਗਤ ਕਰਾਂਗੇ ਤੇ ਫਿਰ ਉਹਨਾਂ ਦੇ ਨਾਲ ਕਈ ਅਹਿਮ ਮਸਲਿਆਂ ਨੂੰ ਲੈ ਕੇ ਖੇਤੀਬਾੜੀ ਦੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਜਸਬੀਰ ਸਿੰਘ ਜੀ, ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਹਾਂਜੀ ਪ੍ਰਵੀਨ ਜੀ ਤੇ ਸਾਰੇ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਦੁਨੀਆ 'ਚ ਬੈਠੇ ਸਰੋਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਪਾਂ ਦੱਸਦੇ ਚੱਲੀਏ ਕਿ ਪਿਛਲੇ ਜਿਹੜਾ ਐਪੀਸੋਡ ਸੀਗਾ ਉਹਦੇ ਵਿੱਚ ਆਪਾਂ ਸਮੱਸਿਆਵਾਂ ਤੇ ਕਾਫੀ ਡਿਟੇਲ ਦੇ ਵਿੱਚ ਜਾ ਕੇ ਚਰਚਾ ਕੀਤੀ ਸੀ ਤੇ ਨਾਲੋਂ ਨਾਲ ਚੁਣੌਤੀਆਂ ਤੇ ਵੀ ਆਪਾਂ ਚਰਚਾ ਬਹੁਤ ਜ਼ਿਆਦਾ ਕੀਤੀ ਸੀ, ਕਿਉਂਕਿ ਚੁਣੌਤੀਆਂ ਬਹੁਤ ਨੇ। ਤੁਸੀਂ ਜਿਵੇਂ ਦੱਸਿਆ ਸੀਗਾ ਕਿ ਇੰਟਰਨੈਸ਼ਨਲੀ ਜੋ ਚੀਜ਼ਾਂ ਬਦਲ ਰਹੀਆਂ ਨੇ ਤਾਂ ਉਹਨਾਂ ਕਰਕੇ ਕੈਲੀਫੋਰਨੀਆ ਦੀ ਜਿਹੜੀ ਖੇਤੀ ਆ ਇਹ ਵੀ ਪ੍ਰਭਾਵਿਤ ਹੋ ਰਹੀ ਆ। ਜਿਹੜੀਆਂ ਲਾਗਤਾਂ ਨੇ ਲਗਾਤਾਰ ਉਹਨਾਂ ਦੀ ਕੀਮਤ ਜਿਹੜੀ ਆ ਵੱਧ ਰਹੀ ਹੈ ਤੇ ਇਹਦੇ ਮੁਕਾਬਲੇ ਜਿਹੜਾ ਉਤਪਾਦਨ ਜਿਹੜਾ ਕਿਸਾਨ ਪੈਦਾ ਕਰਦਾ ਫਸਲ ਉਹਦੀ ਜਿਹੜੀ ਕੀਮਤ ਆ ਉਹਦਾ ਕੰਪੀਟੀਸ਼ਨ ਬਹੁਤ ਆ, ਉਹਦਾ ਮੁਕਾਬਲੇਬਾਜ਼ੀ ਬਹੁਤ ਆ, ਕਿਉਂਕਿ ਬਾਜ਼ਾਰ ਓਪਨ ਹੈ। ਇਹਦੇ ਚ ਆਪਾਂ ਇਹ ਜਿਹੜਾ ਤੱਤਸਾਰ ਉਹਦਾ ਕੱਢਿਆ ਸੀਗਾ। ਤਾਂ ਅੱਜ ਆਪਾਂ ਇਸੇ ਤੋਂ ਹੀ ਉਸ ਪਿਛਲੇ ਪ੍ਰੋਗਰਾਮ ਤੋਂ ਅਗਲੀ ਕੜੀ ਦੇ ਵਿੱਚ ਹੀ ਆਪਾਂ ਜਾਂਦੇ ਹਾਂ। ਅੱਜ ਆਪਾਂ ਸਮੱਸਿਆਵਾਂ ਦੇ ਹੱਲ ਦੇ ਬਾਰੇ ਚਰਚਾ ਕਰਾਂਗੇ। ਜਿਵੇਂ ਆਪਾਂ ਆਪਣੇ ਨਾਲ ਜੇਮਸ ਲਵਲੇਡੀ ਜੀ ਜੁੜੇ ਸੀਗੇ, ਮਿੱਟੀ ਦੇ ਐਕਸਪਰਟ ਸੀਗੇ ਉਹਨਾਂ ਨੇ ਤੱਤਾਂ ਦੇ ਬਾਰੇ, ਬੂਟਿਆਂ ਨੂੰ ਕਿਹੜੀਆਂ ਚੀਜ਼ਾਂ ਪਾਉਣੀਆਂ ਚਾਹੀਦੀਆਂ, ਕੀ ਨਿਸ਼ਾਨੀਆਂ ਤੱਤਾਂ ਦੀ ਘਾਟ ਦੀਆਂ ਤੇ ਕਿਵੇਂ ਤੱਤ ਪੂਰੇ ਹੋ ਸਕਦੇ ਆ, ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਸੀਗੀਆਂ। ਤੇ ਅੱਜ ਆਪਾਂ ਜੇ ਇੱਥੋਂ ਹੀ ਸ਼ੁਰੂ ਕਰ ਲਈਏ ਕਿ ਵੱਖ-ਵੱਖ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਆਪਾਂ ਕੈਟੇਗਰਾਈਜ਼ ਕਰਦੇ ਹਾਂ ਕਿ ਜ਼ਮੀਨ ਨਾਲ ਜੁੜੀਆਂ, ਪਾਣੀ ਦੇ ਨਾਲ ਜੁੜੀਆਂ ਤੇ ਪੈਸਟ ਦੇ ਨਾਲ ਜੁੜੀਆਂ, ਕਿਉਂਕਿ ਬੂਟੇ ਦੇ ਲਈ ਤਿੰਨ ਹੀ ਮੇਨ ਲੋੜਾਂ, ਇੱਕ ਤਾਂ ਚੰਗੀ ਜ਼ਮੀਨ, ਉਸ ਤੋਂ ਬਾਅਦ ਵਧੀਆ ਪਾਣੀ ਤੇ ਉਹ ਤੋਂ ਯੀਲਡ ਲੈਣ ਦੇ ਲਈ, ਉਹ ਤੋਂ ਜਿਹੜਾ ਉਤਪਾਦਨ ਲੈਣ ਦੇ ਲਈ ਸਾਨੂੰ ਪੈਸਟ ਫਰਟੀਲਾਈਜ਼ਰ ਜੋ ਵੀ ਅਸੀਂ ਵਰਤਣਾ ਉਹਦੇ ਤੇ ਸ਼ੁਰੂਆਤ ਇਹ ਤੋਂ ਹੀ ਕਰ ਲਈਏ ਆਪਾਂ। ਜਿਹੜੀਆਂ ਇਹਦੀਆਂ ਸਮੱਸਿਆਵਾਂ ਜਿਹੜੀਆਂ ਕੈਲੀਫੋਰਨੀਆ ਦੀ ਖੇਤੀ ਦੇ ਵਿੱਚ ਜੋ ਫਰਟੀਲਾਈਜ਼ਰ ਸੰਬੰਧਿਤ ਸਮੱਸਿਆਵਾਂ, ਪਹਿਲਾਂ ਮੈਂ ਸਾਡੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ। 408-272 ਸਟੂਡੀਓ ਦਾ ਨੰਬਰ ਹੈ ਤੇ ਜਸਬੀਰ ਸਿੰਘ ਜੀ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਦੇਣਗੇ। ਤੇ ਇਹਦੇ ਨਾਲ ਜੇ ਆਪਾਂ ਸ਼ੁਰੂਆਤ ਕਰੀਏ ਪੈਸਟ ਦੀਆਂ, ਫਰਟੀਲਾਈਜ਼ਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਤੁਸੀਂ ਕੀ ਦੇਖਦੇ ਹੋ ਤੇ ਉਹਨਾਂ ਦੇ ਹੱਲ ਕੀ ਹੈ? ਕੀਮਤ ਵੀ ਘੱਟ ਲੱਗੇ ਤੇ ਉਹਦਾ ਜਿਹੜਾ ਕਿਸਾਨ ਦਾ ਉਤਪਾਦਨ ਆ ਉਹ ਵੀ ਪ੍ਰਭਾਵਿਤ ਨਾ ਹੋਵੇ। ਜੀ ਹਾਂਜੀ ਪ੍ਰਵੀਨ ਜੀ, ਜਿੱਦਾਂ ਆਪਾਂ ਕਾਫੀ ਡਿਟੇਲ 'ਚ ਡਿਸਕਸ਼ਨ ਹੋਈ ਆ ਕਿ ਜਿੱਦਾਂ ਸਾਡੀ ਇੱਥੇ ਕੈਲੀਫੋਰਨੀਆ ਦੀ ਖੇਤੀ ਸਾਰੀ ਦੁਨੀਆ ਦੀ ਖੇਤੀ ਵਾਂਗੂ ਇੰਪੈਕਟਡ ਹੋ ਰਹੀ ਆ, ਹੈ ਨਾ। ਜੀ ਉਹਦਾ ਜਾਣੀ ਦੀ ਸਾਈਕਲਸ ਇਹ ਆਉਂਦੇ ਰਹੇ ਆ ਅੱਗੇ ਵੀ। ਉਹ ਸਾਈਕਲਾਂ ਦੇ ਵਿੱਚ ਇਹ ਥੋੜ੍ਹੇ ਚਿਰ ਬਾਅਦ ਰਿਕਵਰ ਹੋ ਜਾਂਦੀ ਸੀ ਤੇ ਪਰ ਜਿਹੜੇ ਐਰਕੀ ਦਾ ਸਾਈਕਲ ਹੈ ਥੋੜ੍ਹਾ ਜਿਹਾ ਡਿਫਰੈਂਟ ਸਾਈਕਲ ਆ। ਇਹਦੇ ਇੰਪੈਕਟਸ ਕਾਫੀ ਜਿੱਦਾਂ ਆਪਾਂ ਅੱਗੇ ਸਮਰਾਈਜ਼ ਕੀਤੇ ਸੀਗੇ ਵੀ ਇੱਕ ਤਾਂ ਜਾਣੀ ਦੀ ਇਕਨੋਮਿਕਲੀ US ਡਾਲਰ ਕਾਫੀ ਸਟਰੋਂਗ ਹੈ। ਦੂਸਰਾ ਇਹ ਵੀ ਆਇਆ ਸੀਗਾ ਵੀ ਜਿਹੜੇ ਟ੍ਰੇਡ ਦੇ ਇਸ਼ੂ ਜੋ ਦੁਨੀਆ ਦੇ ਵਿੱਚ ਕੌਨਫਲਿਕਟ ਹੁੰਦੇ ਆ ਉਹ ਸਾਡੀ ਖੇਤੀ ਤੇ ਇੰਪੈਕਟ ਕਰਦੇ ਆ, ਹੈ ਨਾ। ਲੜਾਈ ਰਸ਼ੀਆ ਯੂਕਰੇਨ ਦੀ ਲੱਗੀ ਆ, ਹੈ ਨਾ, ਤੇ ਉਹਦੇ ਅਸਰ ਕੈਲੀਫੋਰਨੀਆ ਦੀ ਖੇਤੀ ਤੇ ਬਹੁਤ ਜ਼ਿਆਦਾ ਪੈ ਰਹੇ ਆ, ਕਿਉਂ ਫਰਟੀਲਾਈਜ਼ਰ ਉੱਥੋਂ ਆ ਰਿਹਾ ਤੇ ਬਾਕੀ ਫਿਰ ਜਿਹੜੇ ਗ੍ਰੇਨਸ ਤੇ ਉਹਨਾਂ ਦੇ ਘੱਟ ਹੁੰਦੀਆਂ ਚੀਜ਼ਾਂ ਤੇ ਉਹ ਇੱਥੋਂ ਕੋਰਨ, ਸੋਇਆਬੀਨ ਚੱਕਦੇ ਆ ਕਿ ਸਾਡੀ ਜਿਹੜੀ ਡਿਸਟ੍ਰੀਬਿਊਸ਼ਨ ਸਿਸਟਮ ਆ ਉਹਨੂੰ ਇੰਪੈਕਟ ਕਰ ਰਹੇ ਆ। ਇੱਕ ਤਾਂ ਇਹ ਹੋ ਗਿਆ। ਦੂਸਰਾ ਫਿਰ ਜਿਹੜੇ ਓਵਰ ਸਪਲਾਈ ਟ੍ਰੇਡ ਇਸ਼ੂ ਦਾ ਕਰਕੇ ਹੈ ਉਹਦਾ ਵੀ ਜਾਣ ਦੀ ਕਾਫੀ ਇੰਪੈਕਟ ਆ ਕਿ ਜਿਹੜੇ ਨਵੇਂ ਟ੍ਰੇਡਰਸ ਆਏ ਆ ਜਿਨ੍ਹਾਂ ਦੀ ਡੀਪ ਪਾਕਟਸ ਆ ਉਹ ਕਾਫੀ ਇਨਫਲੂਐਂਸ ਕਰ ਰਹੇ ਆ ਸਾਡੀ ਮਾਰਕੀਟ ਨੂੰ। ਮਾਰਕੀਟ ਤੋਂ ਕਰਕੇ ਵੀ ਫਿਰ ਉਹ ਜਿਹੜਾ ਫਾਰਮਰ ਆ ਉਹਨੂੰ ਜਾਣੀ ਦੀ ਬਹੁਤ ਘੱਟ ਕੀਮਤ ਮਿਲ ਰਹੀ ਆ। ਇਸ ਕਰਕੇ ਇਹਨਾਂ ਦੇ ਹੁਣ ਸੋਲੂਸ਼ਨ ਲੱਭਣੇ ਪੈਣੇ ਆ ਵੀ ਇੱਕ ਤਾਂ ਹੈਗਾ ਵੀ ਤੁਸੀਂ ਟਾਈਮ ਦੇ ਨਾਲ ਅਰਦਾਸਾਂ ਕਰੀਏ ਵੀ ਜਾਣਦੀ ਹੋਪਲੀ ਜਿਹੜਾ ਅੱਗੇ ਪੈਟਰਨ ਆਇਆ ਸੀ ਉਹ ਰਿਪੀਟ ਹੋ ਜੇ। ਦੂਸਰਾ ਇਹ ਆ ਵੀ ਤੁਹਾਨੂੰ ਜਾਣਦੀ ਆਪ ਵੀ ਅੱਗੇ ਵੱਧ ਕੇ ਕੋਈ ਨਾ ਕੋਈ ਸਟੈਪ ਲੈਣੇ ਪੈਣੇ ਆ, ਹਨਾ। ਉਹਦੇ ਵਿੱਚ ਆਪਾਂ ਨੂੰ ਜਿੱਦਾਂ ਕਿਹਾ ਜਾਂਦਾ ਨਾ ਵੀ ਥਿੰਕ ਗਲੋਬਲੀ ਐਕਟ ਲੋਕਲੀ, ਹੈ ਨਾ। ਗਲੋਬਲ ਦੇ ਵਿੱਚ ਦੁਨੀਆ ਦੇ ਵਿੱਚ ਬਹੁਤ ਹੀ ਟੈਕਨੋਲੋਜੀ ਜਿਹੜੀ ਐਗਰੀਕਲਚਰ ਦੇ ਵਿੱਚ ਆ ਰਹੀ ਆ ਉਹਦੀ ਅਡਾਪਸ਼ਨ ਹੁਣ ਸ਼ੁਰੂ ਹੋ ਚੁੱਕੀ ਆ। ਠੀਕ ਹੈ ਨਾ। ਉਹਦੇ ਨਾਲ ਸੁਣੀਏ ਹੁਣ ਅਸੀਂ ਕਈ ਚੀਜ਼ਾਂ ਕਰ ਰਹੇ ਹਾਂ, ਹਰ ਇੱਕ ਕਹਿੰਦਾ ਵੀ ਇਨਪੁਟਸ ਨੂੰ ਘੱਟ ਕਰੋ, ਹੈ ਨਾ। ਕਈ ਚੀਜ਼ਾਂ ਤਾਂ ਇਹ ਹੋਈਆਂ ਵੀਆਂ ਕਿ ਜਿਹੜੇ ਐਨਵਾਇਰਮੈਂਟਲ ਇੰਪੈਕਟਸ ਹੋਏ ਆ, ਹੈ ਨਾ, ਜਿੱਦਾਂ ਹੁਣ ਸਪੈਸ਼ਲੀ
ਆਪਣੇ ਇੱਥੇ ਫ੍ਰੈਜ਼ਨੋ, ਮਡੇਰਾ, ਚਾਉਚ, ਇਹ ਜਿਹੜੇ ਵੈਲੀ 'ਚ ਹੋਏ ਆ ਨਾ, ਹਾਂਜੀ। ਮੀਂਹ ਪੈਣਾ ਬੜਾ ਚੰਗਾ ਸੀ, ਹੈਨਾ, ਪਰ ਉਸ ਮੀਂਹ ਨੇ ਨਾ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਆ ਉਹ ਸ਼ਿਫਟ ਕਰਤੇ ਆ। ਹੁਣ ਕਈ ਖੇਤਾਂ ਦੇ ਵਿੱਚ ਜਦੋਂ ਟੈਸਟ ਕਰੀਦੇ ਆ ਉਹਦੇ ਆ ਰਿਹਾ ਮੈਗਨੀਜ਼ੀਅਮ ਬਹੁਤ ਆ ਰਹੀ ਆ, ਉਹਨੇ ਜਾਂਦੀ ਟੋਟਲੀ ਖੇਤੀ ਚੇਂਜ ਕਰਤੀ ਆ। ਕਈਆਂ ਤੇ ਮੈਗਨੀਜ਼ ਬਹੁਤ ਆ ਰਹੀ ਆ, ਕਈ ਥਾਵਾਂ ਤੇ ਕਾਪਰ ਇਕੱਠਾ ਹੋ ਗਿਆ ਗਾ, ਹੈਨਾ। ਉਹ ਜਿਹੜਾ ਫਾਰਮਰ ਨਹੀਂ ਤੁਸੀਂ ਟੈਸਟ ਕਰਦੇ, ਤੁਹਾਡੇ ਕੋਲੇ ਸਿਸਟਮ ਨਹੀਂ ਦੱਸ ਰਿਹਾ ਗਾ, ਤੇ ਤੁਸੀਂ ਜਿੱਦਾਂ ਨੋਰਮਲੀ ਅੱਗੇ ਖੇਤੀ ਕਰਦੇ ਜਾਂਦੇ ਆ, ਉਹਦੇ ਤੇ ਉਹ ਇੰਪੈਕਟ ਪੈਣਾ ਸ਼ੁਰੂ ਹੋ ਗਿਆ, ਉਹਦਾਂ ਦੀ ਯੀਲਡ ਘਟਣੀ ਆ, ਹੈਨਾ। ਹੁਣ ਜਿੱਧਰ ਨੂੰ ਖੇਤੀ ਜਾ ਰਹੀ ਆ, ਹੈਨਾ, ਉਹ ਹੈਗੀ ਆ ਕਿ ਜਾਣੀ ਦੀ ਅਸੀਂ, ਮੈਂ ਵੀ ਉਸ ਤੇ ਕਾਫੀ ਕੰਮ ਕਰ ਰਿਹਾ ਕਈ ਕੰਪਨੀਆਂ ਦੇ ਨਾਲ, ਠੀਕ ਹੈ, ਜਿਹੜਾ ਕਿ ਅਸੀਂ ਉਹ ਟਾਈਮ ਲੰਘ ਚੁੱਕਿਆ ਕਿ ਜੇ ਅਸੀਂ 80 ਏਕੜ ਆ, 100 ਏਕੜ ਆ, 200 ਏਕੜ ਆ, ਉਹਦੀ ਇੱਕੇ ਤਰ੍ਹਾਂ ਖੇਤੀ ਕਰੀ ਜਾਈਏ। ਉਹਨਾਂ ਨੂੰ ਛੋਟੇ ਛੋਟੇ ਪੀਸਾਂ 'ਚ ਕਰਨਾ ਪੈਣਾ। ਤੁਹਾਨੂੰ ਪਤਾ ਉੱਥੇ ਸਾਨੂੰ ਕਰਨਾ ਪੈਣਾ, ਪਹਿਲਾਂ ਡਿਟੈਕਟ ਵੀ ਕਰੋ ਬਈ ਉਹਦੇ 5 ਏਕੜਾਂ 'ਚ 10 ਏਕੜਾਂ 'ਚ ਉਹਨੂੰ ਜਾਣ ਦੀ ਕਿਹੜੀ ਚੀਜ਼ ਦੀ ਲੋੜ ਆ। ਜੀ। ਹੁਣ ਇਸ ਵਕਤ ਹੁੰਦਾ ਕੀ ਆ ਕਿ ਲੋੜ 5 ਏਕੜ ਨੂੰ ਹੁੰਦੀ ਆ, ਐਪਲੀਕੇਸ਼ਨ ਉਹ 80 ਏਕੜ 'ਚ ਹੋ ਜਾਂਦੀ ਆ। ਹਾਂਜੀ, ਹਨਾ। ਜਿਹੜੇ 75 ਏਕੜ ਦਾ ਐਕਸਟਰਾ ਕਾਸਟ ਆਇਆ, ਉਹ ਜਾਣੀ ਦੀ ਇੱਕ ਤਾਂ ਉਹਨਾਂ ਨੇ ਕ੍ਰਾਪ ਦੇ ਯੀਲਡ ਤੇ ਹਿੱਟ ਕੀਤੀ ਆ। ਹਾਂਜੀ, ਤੇ ਦੂਸਰਾ ਇਹ ਹੈਗਾ ਗਾ ਕਿ ਉਹਨੇ ਕਿਉਂ ਜਿੱਥੇ ਚੰਗਾ ਸੀਗਾ ਸਿਸਟਮ ਚੱਲ ਰਿਹਾ ਸੀ, ਬੈਲੈਂਸ ਹੋਇਆ ਹੋਇਆ ਸਿਸਟਮ ਆ, ਉਹਨੂੰ ਅਨਬੈਲੈਂਸ ਕਰਤਾ। ਨਹੀਂ, ਮਾਫ ਕਰਨਾ, ਮੈਂ ਤੁਹਾਡੀ ਗੱਲ ਵਿਚਾਲੇ ਰੋਕ ਦਿੱਤੀ ਆ। ਇਹਦੇ ਨਾਲ ਕਰਨ ਨਾਲ ਕੀ ਜ਼ਿਮੀਂਦਾਰ ਨੂੰ, ਕਿਸਾਨ ਨੂੰ ਫਾਈਨੈਂਸ਼ੀਅਲੀ ਕੁਛ ਹੋਰ ਐਫਰਟ ਕਰਨੇ ਪੈਣਗੇ, ਉਹਦੀ ਆਰਥਿਕਤਾ ਤੇ ਕੀ ਬੋਝ ਪਊਗਾ? ਨਾਲ ਇਹ ਤਾਂ ਹੈ ਕਿ ਜੇਕਰ ਦੌੜਨੀ ਹੈ ਤਾਂ ਦੌੜਨ ਦੇ ਤਰੀਕੇ ਨਾਲ ਹੀ ਦੌੜੀ ਜਾਊਗੀ, ਤਰੀਕੇ ਨਾਲ ਦੌੜੀ ਜਾਣੀ ਆ, ਹਨਾ। ਇਹਦੇ ਵਿੱਚ ਏਦਾਂ ਹੈਗਾ ਕਿ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਆ, ਜੇ ਹੁਣ ਤੁਸੀਂ ਦੇਖੋ ਹਰ ਇੱਕ ਫਾਰਮਰ $500 ਤੋਂ $600 ਫਰਟੀਲਾਈਜ਼ਰ ਤੇ ਸਪੈਂਡ ਕਰਦਾ, ਇੰਨਾ ਹੀ ਪੈਸਟੀਸਾਈਡ ਤੇ ਦੂਸਰੀਆਂ ਚੀਜ਼ਾਂ ਤੇ, $1000 ਤੋਂ $1500 ਹਰ ਇੱਕ ਦਾ ਖਰਚ ਆ ਜਾਂਦਾ, ਜਿਹੜਾ ਕਿ ਇਹ ਫਰਟੀਲਾਈਜ਼ਰ, ਪੈਸਟੀਸਾਈਡ, ਹੋਰ ਸਾਰੀਆਂ ਚੀਜ਼ਾਂ ਤੇ, ਹਨਾ। ਜੇ ਅਸੀਂ ਉਹਨਾਂ ਨੂੰ, ਕੁਐਸਚਨ ਇਹੀ ਆ ਵੀ ਉਹ $1000 ਦੇ ਵਿੱਚ ਉਹਨੂੰ ਜਾਣਦੀ, ਉਹਦੀ ਜਿਹੜੀ $1000 ਦੀ ਡਿਸਟ੍ਰੀਬਿਊਸ਼ਨ ਆ, ਉਹ ਕਿੱਥੇ ਕਰੀਏ? ਹੁਣ ਇਉਂ ਆ ਵੀ ਕਈ ਥਾਵਾਂ ਤੇ ਜਿੱਦਾਂ ਅੱਗੇ ਵੀ ਆਪਾਂ ਕਿਹਾ ਵੀ ਸੋਇਲ ਦੇ ਵਿੱਚ ਬਹੁਤ ਚੀਜ਼ਾਂ ਪਈਆਂ, ਉਹ ਮਿਲਦੀਆਂ ਨਹੀਂ ਬੂਟਿਆਂ ਨੂੰ, ਚੱਕ ਨਹੀਂ ਹੋ ਰਹੀਆਂ, ਹਨਾ। ਫਿਰ ਉਹਨਾਂ ਨੂੰ ਚੁਕਾਉਣ ਦੇ ਡਿਫਰੈਂਟ ਤਰੀਕੇ ਆ। ਸੋ ਜੇ ਅਸੀਂ ਹਰ ਇੱਕ ਖੇਤ ਨੂੰ 5-10 ਏਕੜ ਦੇ ਛੋਟੇ ਪੀਸਾਂ 'ਚ ਡਿਵਾਈਡ ਕਰੀਏ, ਹੁਣ ਮੋਸਟਲੀ ਸਾਰੇ ਡ੍ਰਿਪ ਸਿਸਟਮ ਤੇ ਆ। ਡ੍ਰਿਪ ਸਿਸਟਮ ਇੱਕ ਤਾਂ ਜਿਹੜੇ ਨਵੇਂ ਲੱਗਦੇ ਆ, ਉਹਨਾਂ ਦਾ ਡਿਜ਼ਾਈਨ ਹੀ ਐਸਾ ਕਰੀਏ ਕਿ ਨਾ ਜਿਹੜਾ ਜਾਣਦੀ ਅਸੀਂ ਜੇ ਬਦਲਣਾ ਪਵੇ, ਕੱਲ ਨੂੰ ਨਹੀਂ, ਬਦਲਣ ਦੀ ਨਹੀਂ ਲੋੜ। ਉਹਨਾਂ ਦੇ ਵਿੱਚ ਉਹ ਸਿਸਟਮ ਪਾ ਦਿਓ ਜਿਹੜਾ ਤੁਸੀਂ ਆਪਦੇ ਫੋਨ ਤੋਂ, ਐਪ ਤੋਂ ਕੰਟਰੋਲ ਕਰੋ ਵੀ ਅਸੀਂ ਕਿਹੜੇ 5 ਏਕੜ ਨੂੰ ਪਾਣੀ ਲਾਉਣਾ, ਕਿਹੜੇ ਨੂੰ ਨਹੀਂ ਲਾਉਣਾ, ਕਿਹੜੇ ਨੂੰ ਫਰਟੀਲਾਈਜ਼ਰ ਪਾਉਣਾ, ਕਿਹੜੇ ਨੂੰ ਨਹੀਂ ਪਾਉਣਾ, ਹਨਾ। ਉਹ ਵੀ ਜਾਣਦੀ, ਤੇ ਜਿਹੜੇ ਸਿਸਟਮ ਆਲਰੇਡੀ ਖੇਤਾਂ ਵਿੱਚ ਪਏ ਆ, ਉਹਨਾਂ ਨੂੰ ਵੀ ਰੈਟਰੋਫਿਟ ਹੋ ਜਾਣੇ ਆ। ਇੱਕ ਵਾਰੀ ਦਾ ਕਾਸਟ ਆਊਗਾ, ਤੇ ਉਦੋਂ ਬਾਅਦ ਫਿਰ ਜਿਹੜਾ ਪਾਣੀ ਲਾਉਣਾ ਤੇ ਜਿਹੜਾ ਫਰਟੀਲਾਈਜ਼ਰ ਪੈਣਾ ਗਾ, ਉਹ ਜਾਣਦੀ ਤੁਸੀਂ 5-5 ਏਕੜ ਤੇ ਮੈਨੇਜ ਕਰ ਸਕਦੇ ਆ। ਉਹਦੇ ਨਾਲ ਦੋ ਚੀਜ਼ਾਂ ਹੁੰਦੀਆਂ। ਅੱਛਾ, ਤੁਸੀਂ ਇਹ ਕਹਿ ਰਹੇ ਹੋ ਕਿ ਮੰਨ ਲਓ ਕੋਈ ਬਦਾਮ ਦੀ ਖੇਤੀ ਕਰ ਰਿਹਾ, ਮੰਨ ਲਓ 500 ਏਕੜ ਦੇ ਵਿੱਚ ਕਰ ਰਿਹਾ, ਉਹ ਆਪਣੀ 500 ਏਕੜ ਨੂੰ ਯੂਨਿਟਸ ਦੇ ਵਿੱਚ ਵੰਡ ਲਵੇ, ਛੋਟੇ ਯੂਨਿਟਸ ਦੇ ਵਿੱਚ। ਮੰਨ ਲਓ ਉਹ 50-50, 100-100 ਦੇ ਕਹਿ ਰਹੇ ਆਪਾਂ, ਜਾਂ 20-20, 10-10, 5-5 ਦੇ। ਅੱਛਾ, 5-5 ਦੇ। ਤੇ ਖੇਤੀ ਇਹਦੇ ਵਿੱਚ ਕਿਹੜੀ, ਬਦਾਮ ਜਾਂ ਉਹਦੇ ਨਾਲ ਜੋ ਸੀਜ਼ਨ ਦੇ? ਕੋਈ ਵੀ ਆ, ਭਾਵੇਂ ਬਦਾਮ ਦੀ ਖੇਤੀ ਆ, ਪਿਸਤੇ ਦੀ ਖੇਤੀ ਆ, ਕਿਉਂ ਸਾਡੀ ਜਾਂ ਉਸ ਸੀਜ਼ਨ ਦੇ ਵਿੱਚ ਕੋਈ ਹੋਰ ਬੂਟੇ ਵੀ ਆਪਾਂ ਇਹਨੂੰ ਹਟਾ ਕੇ ਹਰ ਇੱਕ ਚੀਜ਼ ਨਾਲ ਹੋ ਜਾਂਦਾ, ਹੋਰ ਨਹੀਂ ਲੱਗ ਸਕਦੇ। ਪਰ ਜਿਹੜੇ ਜਾਣਦੀ ਸਾਡੀ ਜਿਹੜੀ ਮੇਨ ਖੇਤੀ ਆ ਹੁਣ ਬਦਾਮ ਦੀ, ਪਿਸਤੇ ਦੀ ਤੇ ਗ੍ਰੇਪਾਂ ਦੀ, ਉਹ ਇਸ ਵਕਤ ਅਸੀਂ ਨਾ ਇੱਕ ਯੂਨਿਟ ਲਈ ਭਾਵੇਂ 20 ਦਾ, 40 ਦਾ, ਭਾਵੇਂ 80 ਦਾ, ਜੋ ਅਸੀਂ ਉਹਦੇ ਤੇ ਕੰਮ ਕਰਦੇ ਆ, ਉਹ ਸੇਮ ਕੰਮ ਹੀ ਕਰੀਦਾ ਸਾਰੇ ਪੀਸ ਤੇ। ਅੱਛਾ, ਠੀਕ ਹੈ। ਕਈ ਵਾਰੀ ਗੈਰ ਜ਼ਰੂਰੀ ਵੀ ਹੁੰਦਾ।
ਨਹੀਂ ਉਹ ਤਾਂ ਹੈਗਾ ਹੀ ਹੈਗਾ ਹਾਂਜੀ ਹੈ ਹਾਂਜੀ ਨਾ। ਹਾਂ ਹੁਣ ਤੁਹਾਡੇ 20 ਏਕੜ ਦੇ ਚਲੋ ਖੇਤ ਲਾ ਲਓ, ਉਹਦੇ ਵਿੱਚ ਇੱਕ ਹਿੱਸਾ ਇਦਾਂ ਦਾ ਉਹ ਛੇਤੀ ਸੁੱਕ ਜਾਂਦਾ, ਉਹਨੂੰ ਪਾਣੀ ਚਾਹੀਦਾ। ਬਿਲਕੁਲ। ਇੱਕ ਹਿੱਸਾ ਇਦਾਂ ਦਾ ਹੋਊਗਾ ਜੇ ਉਹਨੂੰ ਜ਼ਿਆਦਾ ਪਾਣੀ ਲਾਉਨੇ ਆ ਉਹ ਗਿੱਲਾ ਹੋ ਜਾਂਦਾ, ਉਹ 'ਚ ਹੋਰ ਪ੍ਰੋਬਲਮਾਂ ਆਉਂਦੀਆਂ। ਤੇ ਅਸੀਂ ਸਾਰਿਆਂ ਨੂੰ ਇੱਕੋ ਰੱਸੀ ਬੰਨ੍ਹਦੇ ਅਸੀਂ ਸਾਰੇ ਇੱਕੋ ਰੱਸੀ ਬੰਨ੍ਹ ਦਿੰਦੇ ਹਾਂਜੀ, ਹਨਾ। ਇਹ ਹੈ ਬਿਲਕੁਲ। ਤੇ ਜਦੋਂ ਅਸੀਂ ਫਰਟੀਲਾਈਜ਼ਰ ਵੀ ਪਾਉਨੇ ਆ, ਅਸੀਂ ਜਦੋਂ ਇਸ ਵਕਤ ਡ੍ਰਿਪ ਸਿਸਟਮ ਦੇ ਵਿੱਚ ਪਾ ਦਈਦਾ, ਉਹ ਸਾਰੇ 20 ਏਕੜਾਂ ਨੂੰ ਇੱਕੋ ਜਿਹਾ ਹੀ ਜਾਂਦਾ ਤੇ ਉਹਨੂੰ ਇੱਕੋ ਜਿਹੀ ਲੋੜ ਹੈ ਨਹੀਂ, ਹੈਨਾ। ਤੇ ਉਹ ਇਸ ਕਰਕੇ ਜਾਣਦੀ ਜਿਹੜਾ ਇਹ ਯੂਨਿਟਸ ਬਣ ਰਹੇ ਆ ਕਿ ਅਸੀਂ ਜਾਣਦੀ ਉਹਨੂੰ ਟੈਕਨੋਲੋਜੀ ਐਂਟਰ ਕਰਕੇ ਉਹਦੇ ਨਾਲ ਵੀ ਅਸੀਂ ਉਹ ਯੂਨਿਟ ਰੈਟਰੋਫਿਟ ਕਰ ਦਿਆਂਗੇ। ਇਸ ਕਰਕੇ ਵੀ ਜਾਣਦੀ ਉਹ ਦੀ ਕਾਸਟ ਸੇਵਿੰਗ ਬਹੁਤ ਜ਼ਿਆਦਾ ਹੋਊਗੀ ਜੀ। ਜਦੋਂ ਉਹਨਾਂ ਦੀ ਐਫੀਸ਼ੀਐਂਸੀ ਵੱਧ ਗਈ ਵੀ ਇੱਕ ਤਾਂ ਜਾਣਦੀ ਤੁਸੀਂ ਕੰਟਰੋਲ ਕਰ ਸਕਦੇ ਆ 5 ਏਕੜਾਂ ਦੇ ਮਾਚ ਚੋਂ, ਇਹਨੂੰ ਉੱਤੇ ਖਰਚ ਜ਼ਰੂਰ ਆਉਂਦਾ ਗਾ, ਇੱਕ ਟਾਈਮ ਦਾ ਖਰਚ ਹੋਊਗਾ, ਇੱਕ ਟਾਈਮ ਦਾ ਤਾਂ ਹਾਂ। ਤੇ ਉਹਦੇ ਵਿੱਚ ਜਾਣਦੀ ਜਿਹੜਾ ਤੁਸੀਂ ਆਟੋਮੇਟ ਕਰਕੇ ਜਾਣਦੀ ਸਾਰਾ ਸਿਸਟਮ ਜਿੱਧਰ ਨੂੰ ਟੈਸਟ ਹੋ ਚੁੱਕੇ ਆ, ਇੱਥੇ ਵੀ ਹੋ ਚੁੱਕੇ ਆ। ਪਹਿਲਾਂ ਉਹ ਮੈਜ਼ਰ ਕਰਦੇ ਆ ਵੀ ਕਿੱਥੇ ਕੀ ਚਾਹੀਦਾ, ਕਿੱਥੋਂ ਟੈਸਟ ਕਰਨਾ ਚਾਹੀਦਾ। ਠੀਕ ਹੈ। ਉਹ ਜਾਣਦੀ ਇੱਕ ਈਸੀ ਮੈਟ੍ਰਿਕ ਆ, ਉਹ ਸੈਂਸਰਸ ਮਿਲ ਜਾਂਦੇ ਆ, ਉਹ ਜਾ ਕੇ ਤੁਸੀਂ ਮੈਜ਼ਰ ਕਰਕੇ ਉਹਦੇ ਨਾਲ ਮੁੜ ਕੇ ਪ੍ਰੋਫਾਈਲ ਬਿਲਡ ਕਰ ਲਈਦਾ। ਫਿਰ ਹੁਣ ਅੱਜ ਕੱਲ ਜਿਹੜੇ ਇੰਸ਼ੋਰੈਂਸ ਵੀ ਕਰਾਉਂਦੇ ਆ ਉਹ ਡਰੋਨਸ ਦੇ ਨਾਲ ਸਕੈਨ ਹੁੰਦੇ ਆ ਜੀ, ਉਹ ਕੰਪਨਸੇਟ ਕਰਨ ਨੂੰ ਤਿਆਰ ਆ। ਠੀਕ ਹੈ। ਵੀ ਜੇ ਤੁਸੀਂ ਆਪਦੇ ਜਿਹੜੇ ਮੰਨ ਲਓ ਨਿੱਜੀ ਤਜਰਬੇ ਨੇ, ਤੁਹਾਡੇ ਆਪਣੇ ਪਰਸਨਲ ਐਕਸਪੀਰੀਐਂਸਸ ਨੇ, ਉਹਨਾਂ ਦੇ ਵਿੱਚੋਂ ਵੀ ਇਹ ਚੀਜ਼ ਦੇਖੀ ਹੋਣੀ ਆ ਵੀ ਬਹੁਤੀਆਂ ਥਾਵਾਂ ਤੇ ਜਿਹੜੀ ਲਾਗਤ ਹੈ ਕਿਸਾਨ ਦੀ, ਫਾਰਮਰ ਦੀ ਜਿਹੜੀ ਲਾਗਤ ਹੈ, ਇਨਪੁਟ ਕਾਸਟ ਜਿਹਨੂੰ ਆਪਾਂ ਕਹਿ ਦਿੰਦੇ ਕਈ ਵਾਰੀ, ਉਹ ਇਸੇ ਕਰਕੇ ਕਈ ਵਾਰੀ ਅਜਾਈ ਜਾ ਰਹੀ ਹੈ ਵੀ ਜਿੱਥੇ ਬੇਲੋੜ ਆ ਉੱਥੇ ਪੈ ਰਿਹਾ, ਜਿੱਥੇ ਲੋੜ ਆ ਉੱਥੇ ਤੱਕ ਪਹੁੰਚਦਾ ਨਹੀਂ। ਕਰੈਕਟ ਆ, ਇਹ ਸਾਰੇ ਫਾਰਮਰਾਂ ਨੂੰ ਹੀ ਪਤਾ ਜੀ। ਉਹ ਸਾਰਿਆਂ ਦਾ ਮੇਨ ਕੁਐਸਚਨ ਇਹ ਹੁੰਦਾ ਵੀ ਜਾਣਦੀ ਪਾਉਂਦੇ ਹੈਗੇ ਆ ਵੀ ਸਾਡਾ ਖੇਤ ਇੱਕੋ ਜਿਹਾ ਨਹੀਂ ਹੈਨਾ। ਖੇਤ ਕਿਤੇ ਤਾਂ ਜਾਣੀ ਦੀ ਜ਼ਿਆਦਾ ਤਕੜਾ ਗਾ, ਉੱਥੇ ਕਿਤੇ ਜਾਂਦੀ ਘੱਟ ਆ, ਉਹਦੀ ਯੀਲਡ ਵੀ ਉਦਾਂ ਹੀ ਆਉਂਦੀ ਆ। ਹੁਣ ਅਸੀਂ ਇੱਕ ਟੈਸਟ ਕੀਤਾ ਸੀ ਜੀ, ਉਹ ਕੰਪਨੀ ਇਜ਼ਰਾਈਲ ਤੋਂ ਆਪਣੇ ਨਾਲ ਪਾਰਟਨਰਸ਼ਿਪ ਕਰਦੀ ਸੀ ਜੀ ਜੀ, ਕਿ ਗ੍ਰੇਪਾਂ ਤੇ ਟੈਸਟ ਕੀਤਾ। ਠੀਕ ਹੈ। ਉਹਨਾਂ ਨੇ 8 ਰੋਆਂ ਜਾਣਦੀ ਕੀਤੀਆਂ ਡਿਟੈਕਟ ਇਮੇਜਿੰਗ ਦੇ ਨਾਲ। ਠੀਕ ਹੈ। ਤੇ ਜਿਹੜਾ ਉਹਦਾ ਆਊਟਪੁੱਟ ਦਾ ਡੇਟਾ ਸੀ ਨਾ, ਉਹ ਸੀਗਾ ਵੀ ਜਾਣਦੀ ਇਹ 8 ਰੋਆਂ ਦੇ ਵਿੱਚ ਉਹਦੇ ਇੰਨੇ ਬੰਚ ਲੱਗੇ ਆ, ਉਹਦੇ ਇੰਨੀਆਂ ਬੈਰੀਜ਼ ਲੱਗੀਆਂ ਗਈਆਂ, ਇਹਨਾਂ ਬੈਰੀ ਦਾ ਜਾਣਦੀ ਸਾਈਜ਼ ਆਹਾਗਾ, ਤੇ ਫਿਰ ਉਹ ਤੇ ਜਿਹੜੇ ਉਹਨਾਂ ਦੇ ਪੱਤੇ ਆ ਉਹਨਾਂ ਦੀ ਕੁਆਲਿਟੀ ਆਹਾਗੀ, ਤੇ ਉਹਨਾਂ ਨੇ ਉਹ ਹਰ ਇੱਕ ਰੋ ਦੀ ਯੀਲਡ ਪ੍ਰੈਡਿਕਟ ਕਰਤੀ ਹੈਨਾ। ਉਹ ਯੀਲਡ 10 ਟਨ ਤੋਂ ਲੈ ਕੇ 18 ਟਨ ਤੱਕ ਸੀਗੀ ਜੀ, ਹੈਨਾ। ਤੇ ਜੇ ਉਹ ਡਿਟੈਕਸ਼ਨ ਦਾ ਤੁਸੀਂ ਮੈਥਡ ਯੂਜ਼ ਕਰਕੇ ਨੈਕਸਟ ਉਹਦਾ ਫੇਜ਼ ਹੈਗਾਗਾ ਵੀ ਜਿਹੜਾ ਤੁਹਾਡਾ CCA ਆ, ਉਹਨੂੰ ਦੱਸੋ ਵੀ ਇਹ ਰੋ ਚੋਂ ਕੀ ਘਾਟ ਆ ਤੇ ਇਹਦਾ ਵਧਾ ਕਿੱਦਾਂ ਸਕਦੇ ਆ। ਹਾਂਜੀ। ਤੇ ਫਿਰ ਨੈਕਸਟ ਉਹਦਾ ਫੇਜ਼ ਆਊਗਾ ਵੀ ਉਹਨੂੰ ਕੰਟਰੋਲ ਕਿੱਦਾਂ ਕਰਨਾ ਹੈਨਾ। ਇਹ ਅੱਗੇ ਚੀਜ਼ਾਂ ਨਾ ਇਹ ਕਾਸਟਲੀ ਬਹੁਤ ਸੀ ਜੀ। ਹੁਣ ਇਹ ਜਾਣੀ ਦੀ ਕਾਸਟ ਜਿਹੜਾ ਇਹਨਾਂ ਦਾ ਇਨਲਾਈਨ ਆਈ ਜਾਂਦਾ ਹੈਨਾ। ਤੇ ਹੋਰ ਵੀ ਚੀਜ਼ਾਂ ਦੇ ਨਾਲ ਜੋੜ ਕੇ ਹੈਨਾ ਵੀ ਜਿਹੜੀ ਜਿੱਥੋਂ ਖੇਤੀ ਆ, ਹੁਣ ਤੁਸੀਂ ਪਾਣੀ ਬਹੁਤ ਮਹਿੰਗਾ ਗਾ ਹੈਨਾ। ਫੋਰ ਐਗਜ਼ਾਮਪਲ ਦੇਖੋ, ਹਾਂਜੀ, ਜੇ ਤੁਸੀਂ ਆਪਦੀ ਮੋਟਰ ਨੂੰ ਰਿਮੋਟਲੀ ਔਨ ਆਫ ਕਰਨਾ ਐਪ ਦੇ ਨਾਲ, ਉਹਦਾ $2200 ਲੱਗਦਾ। ਠੀਕ ਹੈ ਹੈਨਾ। ਉਹ ਇੱਕ ਟਾਈਮ ਦਾ ਕਾਸਟ ਆ ਤੇ ਤੁਸੀਂ ਪੰਪ ਨੂੰ ਔਨ ਆਫ ਕਰ ਸਕਦੇ ਆ ਜੀ। ਪਰ ਜਦੋਂ ਤੁਸੀਂ ਉਹ ਪੀਕ ਟਾਈਮ ਤੇ ਚਲਾਉਂਦੇ ਆ 4 ਤੋਂ 9 ਵਜੇ ਤੱਕ, ਉਹ ਜਿਹੜਾ ਤੁਹਾਡਾ 32 34 35 ਸੈਂਟ ਦਾ ਕਾਸਟ ਕਿਲੋਵਾਟ ਦਾ ਨੋਰਮ ਹੁੰਦਾ, ਉਹ 2.5-3 ਹੋ ਜਾਂਦਾ ਜੀ ਹਨਾ। ਉਹ ਜਾਣਦੀ ਤੁਹਾਡੀਆਂ 6 ਮਹੀਨਿਆਂ ਦੇ ਵਿੱਚ ਦੀ ਉਹ ਸਾਰੀ ਸੇਵਿੰਗਸ ਹੋ ਸਕਦੀ ਆ ਕਿ ਤੁਸੀਂ ਔਨ ਐਂਡ ਆਫ ਰਿਮੋਟਲੀ ਕਰ ਸਕਦੇ ਆ ਜੀ ਹਨਾ। ਉੱਥੇ ਐਫੀਸ਼ੀਐਂਸੀਜ਼ ਤੇ ਕੰਮ ਆਉਂਦੀਆਂ ਹਨਾ। ਤੇ ਇਸੇ ਤਰ੍ਹਾਂ ਹੀ ਜਾਣਦੀ ਜਿਹੜੀਆਂ ਗਾਹਾਂ ਨੂੰ ਟੈਕਨੋਲੋਜੀਜ਼ ਆ ਰਹੀਆਂ, ਜਿੱਦਾਂ ਜਦੋਂ ਹੌਲੀ ਹੌਲੀ ਵਿੱਚ ਆਈਆਂ ਵੀ ਜਿਹੜੇ ਜਾਣੀ ਦੀ ਮਾਡੂਲਰ ਜਿਹੜੀਆਂ ਡਿਸਕਸ਼ਨ ਹੋ ਰਹੀਆਂ ਨਾ ਵੀ ਮਾਡੂਲਰ ਐਪਲੀਕੇਸ਼ਨ ਕਿੱਦਾਂ ਹੋਣ। ਹਾਂਜੀ। ਜਿਹਦਾ ਮਤਲਬ ਕਿ ਜਾਣੀ ਦੀ ਅਸੀਂ ਤੁਰੇ ਜਾਂਦੇ ਔਨ ਦਾ ਫਲਾਈ ਉਹ ਚੀਜ਼ ਚੇਂਜ ਕਰਦੀ ਹੈ ਜਿਹੜੀ ਉਸ ਏਰੀਆ ਨੂੰ ਲੋੜ ਆ ਹੈਨਾ। ਡਿਟੈਕਟ ਕਰੀਏ, ਲੋਡ ਕਰੀਏ, ਉਹ ਉਧਰ ਨੂੰ ਟੈਕਨੋਲੋਜੀ ਜਾ ਰਹੀਆਂ। ਹੁਣ ਦੇਖੋ ਜੇ ਆਪਾਂ ਕਹਿ ਦਈਏ ਇਸ ਵਕਤ ਬਦਾਮ ਦਾ ਭਾਅ ਜੀ $80 ਤੋਂ ਹੇਠਾਂ ਗਾ, $60 ਤੋਂ, ਉਹ ਵੀ ਜਿਹੜਾ ਟਾਪ ਦਾ ਨਾਨ ਪ੍ਰੋਇਲ ਹੋਰ ਆ।
ਆਮ ਜੇ ਬੰਦੇ ਅੱਜ ਕਹਿਣ ਵੇਚਣਾ ਅਸੀਂ ਬਦਾਮ, ਉਹਨਾਂ ਦੀ ਐਵਰੇਜ $45 ਕੀ ਪਊਗੀ ਸਾਰੀਆਂ ਵੈਰਾਈਟੀਆਂ ਦੀ। $40 ਦਾ। ਹੁਣ ਜੇ ਤੁਸੀਂ ਬਦਾਮ ਉਸ ਲੈਵਲ ਤੇ ਵਿਕਦਾ ਗਾ ਜੀ, ਤੁਹਾਡਾ ਕਾਸਟ ਵੀ ਉਨਾ ਹੀ ਹੋਣਾ ਚਾਹੀਦਾ, ਹੈਨਾ। ਫੇਰ ਕਾਸਟ ਹਰ ਇੱਕ ਦਾ ਵੈਰੀ ਹੁੰਦਾ, ਕਿਉਂ ਕਈਆਂ ਨੇ ਇੰਸ਼ੋਰੈਂਸਿਸ ਜ਼ਿਆਦਾ ਹੁੰਦੀਆਂ, ਟੈਕਸਿਸ ਜ਼ਿਆਦਾ ਹੁੰਦੇ ਆ, ਉਸੇ ਹਿਸਾਬ ਨਾਲ ਜਿਹੜਾ ਤੁਹਾਡਾ ਬਜਟ ਆ ਨਾ ਉਹ ਅਲਾਓ ਕਰਦਾ ਜੀ, ਵੀ ਅਸੀਂ ਇੰਨਾ ਹੀ ਫਰਟੀਲਾਈਜ਼ਰ ਪਾਉਣਾ ਗਾ। ਹੁਣ ਕਈ ਫਾਰਮਰਸ ਹੈਗੇ ਉਹ ਕਹਿੰਦੇ ਵੀ ਅਸੀਂ ਨਹੀਂ ਐਪਲੀਕੇਸ਼ਨਾਂ ਕੀਤੀਆਂ, ਰਿਸਕ ਲੈ ਲੈਂਦੇ ਹਾਂ, ਠੀਕ ਹੈ, ਹੈਨਾ। ਪਰ ਜੇ ਉਹਨਾਂ ਨੂੰ ਪਤਾ ਹੋਵੇ ਵੀ ਜਾਂਦੀ ਰਿਸਕ ਅਸੀਂ 80 ਏਕੜ 80 ਏਕੜਾਂ ਦੇ ਵਿੱਚੋਂ ਮੈਨੂੰ 10 ਏਕੜ ਦਾ ਐਕਸਪੋਜ਼ਰ ਆ, ਵੀ ਚਲੋ 10 ਏਕੜ 'ਚ ਪਾ ਦਿੰਦੇ ਹਾਂ, 70 'ਚ ਨਹੀਂ ਪਾਉਂਦੇ, ਹੈਨਾ। ਫਿਰ ਉਹਨਾਂ ਦੇ ਉਹਦੀ ਜਾਣੀ ਜਿੰਨੀ ਯੀਲਡ ਹੋਊਗੀ ਉਹ ਵਧਣ ਦਾ ਬਹੁਤ ਜ਼ਿਆਦਾ ਫਾਇਦਾ ਗਾ। ਜੀ, ਜੀ, ਬਿਲਕੁਲ। ਸੋ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਫਰਟੀਲਾਈਜ਼ਰ ਤੇ ਪੈਸਟ ਦੇ ਬਾਰੇ, ਉਹਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਹੱਲ ਬਾਰੇ ਚਰਚਾ ਕੀਤੀ ਹੈ। ਜਸਵੀਰ ਸਿੰਘ ਜੀ, ਇੱਥੇ ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਆਪਾਂ ਪਾਣੀ ਤੇ ਮਿੱਟੀ ਦੇ ਨਾਲ ਜਾਂ ਹੋਰ ਜਿਹੜੀਆਂ ਸਮੱਸਿਆਵਾਂ ਖੇਤੀਬਾੜੀ ਦੀਆਂ ਨੇ ਉਹਨਾਂ ਦੇ ਨਾਲ ਜੁੜੇ ਹੱਲਾਂ ਦੇ ਉੱਤੇ ਗੌਰ ਕਰਾਂਗੇ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਸਮੱਸਿਆਵਾਂ ਤੇ ਚਰਚਾ ਕੀਤੀ ਸੀ ਤੇ ਉਸ ਤੋਂ ਅਗਲੀ ਕੜੀ ਦੇ ਵਿੱਚ ਹੁਣ ਆਪਾਂ ਹੱਲ ਦੇ ਬਾਰੇ, ਹੱਲਾਂ ਨੂੰ ਤਲਾਸ਼ ਰਹੇ ਹਾਂ, ਉਹਨਾਂ ਦੀਆਂ ਸੰਭਾਵਨਾਵਾਂ ਤੇ ਚਰਚਾ ਕਰ ਰਹੇ ਹਾਂ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੇ ਅਪਡੇਟ ਫਾਰਮਿੰਗ ਦੇ ਵਿੱਚ ਆਪਣੇ ਨਾਲ ਜੁੜੇ ਨੇ ਜਸਵੀਰ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਕੈਲੀਫੋਰਨੀਆ ਦੀ ਖੇਤੀ ਦੇ ਬਾਬਤ ਜਿਹੜੀਆਂ ਜਾਣਕਾਰੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਕ ਵਾਰ ਮੁੜ ਤੋਂ ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜ ਚੁੱਕੇ ਨੇ ਜਸਵੀਰ ਸਿੰਘ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਪ੍ਰਵੀਨ ਜੀ, ਸਤਿ ਜੀ। ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਚਰਚਾ ਕੀਤੀ ਸੀਗੀ ਕਿ ਪੈਸਟ ਤੇ ਫਰਟੀਲਾਈਜ਼ਰ ਬਾਰੇ, ਕਿ ਉਹਦੇ ਵਿੱਚ ਆਪਾਂ ਨੂੰ ਕਿਵੇਂ ਉਹਦੀ ਕੀਮਤ ਲਾਗਤ ਜਿਹੜੀ ਆ ਉਹਨੂੰ ਘਟਾ ਸਕਦੇ ਹਾਂ, ਤੇ ਜਿਵੇਂ ਆਪਾਂ ਯੂਨਿਟਸ ਦੀ ਚਰਚਾ ਕਰਕੇ ਹਟੇ ਹਾਂ। ਅੱਜ ਜਿਹੜੀ ਆਪਾਂ ਚਰਚਾ ਕਰ ਰਹੇ ਹਾਂ ਬੇਸਿਕਲੀ ਆਪਾਂ ਇਸੇ ਦੇ ਉੱਤੇ ਕਰ ਰਹੇ ਹਾਂ ਕਿ ਜਿਹੜੀ ਕੀਮਤ ਹੈ, ਲਾਗਤ ਆ, ਉਹਨੂੰ ਘੱਟ ਕਿਵੇਂ ਕੀਤਾ ਜਾਵੇ, ਕਾਸਟ ਨੂੰ ਰਿਡਿਊਸ ਕਿਵੇਂ ਕੀਤਾ ਜਾਵੇ, ਤੇ ਜਿਹੜੀ ਪਰਫਾਰਮੈਂਸ ਹੈ ਆਪਣੇ ਬਾਗ ਦੀ, ਆਪਣੀ ਖੇਤੀ ਦੀ, ਉਹਨੂੰ ਵਧਾਇਆ ਕਿਵੇਂ ਜਾਵੇ। ਹੁਣ ਅਗਲੀ ਗੱਲ ਆਪਾਂ ਕਰੀਏ ਮਿੱਟੀ ਦੀ। ਮਿੱਟੀ ਦੇ ਨਾਲ ਜਿਹੜੀਆਂ ਜੁੜੀਆਂ ਸਮੱਸਿਆਵਾਂ, ਜਿਵੇਂ ਆਪਾਂ ਤੱਤਾਂ ਦੀ ਚਰਚਾ ਕੀਤੀ ਸੀ, ਬੂਟਿਆਂ ਦੇ ਵਿੱਚ ਪੀਲੇਪਨ ਦੀ ਚਰਚਾ ਕੀਤੀ ਸੀ, ਬੂਟੇ ਛੇਤੀ ਸੁੱਕ ਜਾਂਦੇ ਨੇ, ਕਿਤੇ ਉਹੀ ਸੇਮ ਖੇਤ ਹੈ ਪਰ ਕਿਤੇ ਪਾਣੀ ਇਹ ਲੱਗਦਾ ਕਿ ਯਾਰ ਜ਼ਿਆਦਾ ਹੋ ਗਿਆ, ਉਹਦੇ ਨਾਲ ਬਿਮਾਰੀਆਂ ਹੋ ਗਈਆਂ, ਕਿਤੇ ਇਹ ਲੱਗਦਾ ਕਿ ਇੱਥੇ ਤੇ ਯਾਰ ਘੱਟ ਰਹਿੰਦਾ ਪਾਣੀ, ਇੰਨਾ ਕੁ ਵੀ ਘੱਟ ਹੈ। ਸੋ ਇਹ ਚੀਜ਼ ਨਿਕਲਦੀ ਕਿੱਥੋਂ ਆ, ਇਹ ਫੜੀ ਕਿਵੇਂ ਜਾਂਦੀ ਹੈ, ਤੇ ਇਹਦਾ ਹੱਲ ਕੀ ਆ? ਪ੍ਰਵੀਨ ਜੀ, ਜਦ ਦੇਖੋ ਨਾ, ਜਿਹੜੀ ਮੋਸਟਲੀ ਧਰਤੀ ਉਹ ਸਾਰੀ ਈਵਨ ਨਹੀਂ ਜੀ ਹੈ ਨਾ। ਉਹ ਜਿੱਦਾਂ ਸਾਡੇ ਓਸ਼ਨ ਸੈੱਟ ਹੋਏ ਸਾਰੇ, ਉਦਾਂ ਹੈਗਾ, ਤੇ ਪਾਣੀ ਹੇਠਾਂ ਤੋਂ ਮੂਵ ਹੁੰਦਾ ਰਹਿੰਦਾ ਹੈ ਨਾ। ਇਉਂ ਨਹੀਂ ਵੀ ਜੇ ਕਈ ਵਾਰੀ ਸਾਡਾ ਖੇਤ ਅੱਗੇ ਚੰਗਾ ਸੀ ਵੀ ਉਹ ਚੰਗਾ ਹੀ ਰਹਿਣਾ, ਹਾਂਜੀ, ਉਹ ਮਾੜਾ ਵੀ ਹੋ ਜਾਂਦਾ ਜੀ, ਹੈ ਨਾ। ਜਿੱਦਾਂ ਐਰਕੀ ਹੋਇਆ ਨਾ, ਜਿੱਦਾਂ ਮੀਂਹ ਜ਼ਿਆਦਾ ਪਿਆ, ਕਈ ਚੀਜ਼ਾਂ ਧੱਕ ਕੇ ਇੱਕ ਥਾਂ ਤੋਂ ਦੂਜੇ ਥਾਂ ਚਲੇਗੀ ਬਿਲਕੁਲ। ਜਿੱਦਾਂ ਜਾਣੇ ਦੀ ਕਈ ਉੱਚੇ ਥਾਂ ਤੇ ਪਈਆਂ ਸੀ, ਕਈਆਂ ਦਾ ਫਰਟੀਲਾਈਜ਼ਰ ਉੱਚੇ ਥਾਂ ਤੇ ਸੀ, ਕਈ ਚੀਜ਼ਾਂ ਪਾਈਆਂ ਭਾਵਾਂ ਦੂਰ ਤੋਂ ਆਈਆਂ, ਹੁਣ ਉਹ ਪਾਣੀ ਨੇ ਧੱਕ ਕੇ ਜਿੱਥੇ ਉਹ ਨੀਵਾਂ ਥਾਂ ਆਇਆ ਇੱਕ ਫੁੱਲ ਦਾ, ਉੱਥੇ ਉਹ ਪਾ ਦਿੱਤੀਆਂ। ਤੇ ਤੁਸੀਂ ਸਮਝੋ ਕਿ ਉੱਥੋਂ ਤੁਸੀਂ ਪਾਣੀ ਚੱਕਦੇ ਆ, ਜੀ, ਪਾਣੀ ਦੇ ਵਿੱਚੋਂ ਉਹ ਸਾਰੇ ਤੱਤ ਆ ਰਹੇ ਆ ਜੀ, ਹੈ ਨਾ। ਤੇ ਉਹਦੇ ਵਿੱਚ ਨੂਣ ਵੀ ਆ ਰਿਹਾ ਗਾ, ਉਹਦੇ ਵਿੱਚ ਜਿਹੜੇ ਦੂਸਰੇ ਵੀ ਐਲੀਮੈਂਟ ਕਈ ਜਿਹੜੇ ਤੁਸੀਂ ਅੱਗੇ ਪਾਉਨੇ ਹੁੰਨੇ ਆ ਥੋੜੀ ਮਾਤਰਾ ਤੇ, ਉਹ ਬਹੁਤ ਜ਼ਿਆਦਾ ਤੇ ਆਉਣੇ ਸ਼ੁਰੂ ਹੋ ਗਏ ਹੈ ਨਾ। ਐਰਕੀ ਜਿੰਨਾ ਕੁ ਮੈਂ ਦੇਖਿਆ ਵੀ ਜਿੰਨੇ ਪਾਣੀ ਦੇ ਟੈਸਟ ਕਰਦੇ ਆ, ਉਹ ਪਾਣੀ ਦਾ ਤੇ ਮਿੱਟੀ ਦੇ ਨਾ ਟੈਸਟ ਕਾਫੀ ਚੇਂਜ ਹੋ ਗਏ ਆ। ਠੀਕ ਹੈ ਨਾ। ਤੇ ਉਹ ਕਈਆਂ ਦੇ ਚੰਗੇ ਹੋ ਗਏ, ਕਈਆਂ ਦੇ ਮਾੜੇ ਹੋ ਗਏ। ਉਹ ਨਹੀਂ ਵੀ ਸਾਰਿਆਂ ਦੇ ਚੰਗੇ। ਹੁਣ ਕਈਆਂ ਦੇ ਉੱਥੇ ਫਰਟੀਲਾਈਜ਼ਰ ਪਏ ਹੁੰਦੇ ਆ, ਕਈ ਮਾਈਕਰੋ ਨਿਊਟ੍ਰੀਐਂਟਸ ਪਾਏ ਵੇ ਆ, ਉਹ ਮੂਵ ਹੋ ਕੇ ਦੂਜੇ ਥਾਂ ਚਲੇ ਗਏ। ਹਾਂਜੀ, ਬਿਲਕੁਲ ਏਦਾਂ ਹੋ ਜਾਂਦਾ, ਪਾਣੀ ਨਾਲ ਸ਼ਿਫਟ ਹੋ ਗਈ ਆ ਹੈ ਨਾ। ਤੇ ਕਈਆਂ ਦੀ ਸ਼ਿਫਟ ਇਹੋ ਜਿਹੀ ਹੋਈ ਆ, ਜਿੱਦਾਂ ਹੁਣ ਬਦਾਮਾਂ ਦਾ ਐਗਜ਼ਾਮਪਲ ਲਈਏ, ਚਾਹੇ ਗ੍ਰੇਪਾਂ ਦਾ ਲਵਾਂਗੇ ਹੈ ਨਾ। ਆਪਣੇ ਉਹ ਕਹਿੰਦੇ ਵੀ ਜਾਂਦੀ ਬਦਾਮ ਮੋਟੇ ਨਹੀਂ ਹੁੰਦੇ, ਉਹਨੂੰ ਚਾਹੀਦੀ ਆ ਪੋਟੈਸੀਅਮ। ਜੀ, ਜਿਹੜੀ ਪੋਟੈਸੀਅਮ ਆ ਉਹ ਕੈਲਸ਼ੀਅਮ ਪਾ ਦਿੱਤੀ ਬਹੁਤ ਜ਼ਿਆਦਾ, ਵੀ ਅਸੀਂ ਨੂਣ ਦਾ ਕਰਕੇ ਜਿੱਦਾਂ ਨੂਣ ਨੂੰ ਜਾਣਦੀ ਅਸੀਂ ਬੈਲੈਂਸ ਕਰੀਏ ਹੈ ਨਾ। ਕਈ ਲਿਕੁਇਡ ਜਿਪਸਮ ਪਾਉਂਦੇ ਆ, ਕਈ ਸਾਲਿਡ ਪਾਈ ਹੈ ਨਾ, ਕਈ ਕੈਲਸ਼ੀਅਮ ਓਦਾਂ ਪਾਣੀ 'ਚ ਪਾਉਂਦੇ ਆ ਜੀ, ਵੀ ਉਹ ਘੱਟ ਰਹੇ। ਤੇ ਮੁੜ ਕੇ ਫਿਰ ਉਹ ਜਿਹੜਾ ਮੈਗਨੀਜ਼ੀਅਮ ਆ ਉਹ ਪਾਣੀ ਵਿੱਚੋਂ ਆ ਗਿਆ, ਉਹਨੇ ਦੋਨੇ ਤੇ ਮੁੜ ਜਦੋਂ ਉਹਨਾਂ ਨੇ ਕਈ ਹੁਣ KTS ਆ ਜਿਹੜੀ ਜਾਣੀ ਦੀ ਥਾਇਓਸਲਫੇਟ ਪੋਟੈਸੀਅਮ ਆ, ਉਹ ਅਗਲਿਆਂ ਨੇ ਪਾ ਬਹੁਤ ਦਿੱਤੀ ਆ, 10-10 15-15 ਗੈਲਨ ਏਕੜ ਦੀ, ਪਰ ਉਹ ਲੱਗ ਨਹੀਂ ਰਹੀ ਕਿਉਂ ਟਰੀ ਨੂੰ ਜਿੰਨਾ ਕੁ ਚਾਹੀਦਾ ਸੀ ਉਹ ਪੂਰਾ ਹੋ ਗਿਆ। ਉਹ ਦੋ ਚੀਜ਼ਾਂ ਨੇ ਹੈ ਨਾ। ਤੇ ਉਹਨਾਂ ਦੇ ਜਿਹੜੇ ਹੁਣ ਬਦਾਮ ਲੱਗਣਗੇ ਉਹ ਥੋੜੇ ਜੇ ਉਹ ਪਿਲ ਜੇ ਕਰਨੇ ਸ਼ੁਰੂ ਹੋ ਜਾਂਦੇ, ਉਹਦਾ ਸਾਈਜ਼ ਨਹੀਂ ਬਣਨਾ ਜੀ ਹੈ ਨਾ, ਉਹ ਜਾਣੀ ਦੀ ਉਹਦਾ weight ਨਹੀਂ ਬਣਨਾ। ਉਹਦੇ ਲਈ ਜਦੋਂ ਮੈਸ਼ਰ ਕੀਤਾ, ਹੁਣ ਪੋਟੈਸੀਅਮ ਹੋਰ ਤਰ੍ਹਾਂ ਦਾ ਚਾਹੀਦਾ, ਫਿਰ ਉਦਾਂ ਦਾ ਪਾਉਣਾ ਪੈਂਦਾ ਹੈ ਨਾ। ਵੀ ਦੇਖੋ ਅੱਗੇ ਵੀ ਆਪਾਂ ਕਈ ਵਾਰੀ ਗੱਲ ਕੀਤੀ ਆ ਵੀ ਜਿਹੜੇ ਤੁਹਾਡੀ ਪਾਣੀ ਦੇ ਤੱਤ ਆ, ਮਿੱਟੀ ਦੇ ਤੱਤ ਆ, ਜਿੰਨਾ ਚਿਰ ਉਹ ਦੋਨਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ, ਉਹਦੇ ਹਿਸਾਬ ਨਾਲ ਹੀ ਤੁਹਾਡੋਂ ਜਾਂਦੀ ਫਰਟੀਲਾਈਜ਼ਰ ਪੈਂਦਾ। ਹੁਣ ਨਾਈਟ੍ਰੋਜਨ ਆ, ਨਾਈਟ੍ਰੋਜਨ 5-10 ਤਰ੍ਹਾਂ ਦੀ ਡਿਫਰੈਂਟ ਤਰ੍ਹਾਂ ਦੀ ਆ, ਫਾਰਮ ਚ ਆਉਂਦੀ ਆ ਹੈ ਨਾ। ਫਾਸਫੇਟ ਆ, ਉਹ 2-4 ਤਰ੍ਹਾਂ ਦੀ ਆ। ਤੇ ਪੋਟੈਸੀਅਮ ਆ, ਉਹ ਵੀ ਜੇ ਹੁਣ ਤੁਹਾਨੂੰ ਉਦਾਂ ਆਪਾਂ ਗੱਲ ਸੁਣ ਕੇ ਕਹੀਏ ਵੀ ਅਸੀਂ KTS ਪਾਉਂਦੇ ਸੀ, ਅੱਜ ਉਹੀ ਪਾਈ ਜਾਣੀ ਆ ਹੈ ਨਾ, ਤੁਹਾਡੀ ਜ਼ਮੀਨ ਤੇ ਪਾਣੀ ਚੇਂਜ ਹੋ ਗਿਆ, ਉਹ ਲੱਗਣੀ ਨਹੀਂ। ਅੱਛਾ, ਇੱਥੇ ਕਈ ਲੋਕ ਜਿਹੜੇ ਮਾਤੜ ਕਿਸਾਨ ਨੇ, ਮੇਰੇ ਵਰਗੇ ਕਈ ਵਾਰੀ ਹੁੰਦੇ ਨੇ, ਉਹ ਸੋਚਦੇ ਆ ਵੀ ਪਾਣੀ ਏਦਾਂ ਕਿਵੇਂ ਜਿਹੜੇ ਤੱਤ ਆ ਉਹ ਲੈ ਜਾਂਦਾ ਹੈ। ਤੇ ਦੂਜੀ ਗੱਲ ਇਹ ਹੈ ਵੀ ਇਹ ਪਤਾ ਕਿਵੇਂ ਲੱਗੇ। ਚਲੋ ਆਪਾਂ ਸੋਚ ਲੈਂਦੇ ਮੀਂਹ ਜ਼ਿਆਦਾ ਪੈ ਗਿਆ, ਮੀਂਹ ਦੇ ਨਾਲ ਜਿਵੇਂ ਤੁਸੀਂ ਬੈਲੈਂਸ ਦਾ ਜ਼ਿਕਰ ਕੀਤਾ ਕਿ ਜਿਹੜੀ ਤੱਤਾਂ ਦੀ ਮਿਕਦਾਰ ਆ ਮਿੱਟੀ ਦੇ ਵਿੱਚ ਉਹ
ਉਹ ਬੈਲੈਂਸ ਨਹੀਂ ਰਹਿੰਦਾ ਜਿਹੜਾ ਪੁਰਾਣਾ ਹੁੰਦਾ ਹੂੰ, ਜਾਂ ਜਿਹੜਾ ਆਪਾਂ ਨੂੰ ਲੱਗਦਾ ਕਿ ਆਪਾਂ ਤਿਆਰੀ ਕੀਤੀ ਸੀ ਹੂੰ, ਅਗਲੇ ਸੀਜ਼ਨ ਦੇ ਲਈ ਤੇ ਪਰ ਉਹ ਵਿਚਾਲੇ ਮੀਂਹ ਦਾ ਸੀਜ਼ਨ ਆਉਣ ਕਰਕੇ ਉਹ ਸਾਰਾ ਹੂੰ, ਡਿਸਆਰਡਰ ਹੋ ਗਿਆ ਮਤਲਬ ਉਹ ਉੱਪਰ ਥੱਲੇ ਹੋ ਗਿਆ। ਹੂੰ, ਪਰ ਇਹਦੀ ਪਛਾਣ ਕਿਵੇਂ ਕੀਤੀ ਸਮਾਂ ਰਹਿੰਦਾ? ਮੰਨ ਲਓ ਇੱਕ ਪਾਸੇ ਤਾਂ ਹੁਣ ਤਿਆਰੀ ਹੋ ਰਹੀ ਹੈ ਕ੍ਰੌਪ ਦੀ, ਦੂਜੇ ਪਾਸੇ ਇਹ ਚੀਜ਼ ਦਾ ਸਾਹਮਣਾ ਆ ਗਿਆ। ਇਹਦੀ ਇੱਕ ਤਾਂ ਉਹ ਜ਼ਰੂਰ ਦੱਸਿਓ ਵੀ ਇਹਨੂੰ ਆਪਾਂ ਜਿਵੇਂ ਆਪਾਂ ਕਹਿ ਲਈਏ ਨਾ ਵੀ ਇਹਦੀ ਇਨਵੈਸਟੀਗੇਸ਼ਨ, ਚਲੋ ਜਾਂਚ ਤਾਂ ਇੱਕ ਤਾਂ ਅਲੱਗ ਵਰਡ ਹੋ ਗਿਆ, ਪਰ ਇਹਨੂੰ ਪਰਖਿਆ ਕਿਵੇਂ ਜਾਵੇ ਵੀ ਇਹ ਘਾਟ ਹੋ ਗਈ, ਵੀ ਉਹ ਜਿਹੜਾ ਬੈਲੈਂਸ ਸੀਗਾ ਉਹ ਹਿੱਲ ਗਿਆ। ਤੇ ਦੂਜੀ ਗੱਲ ਇਹ ਕਿ ਇਹਨੂੰ ਫਿਰ ਮੇਨਟੇਨ ਕਿੰਨੇ ਕੁ ਚਿਰ 'ਚ ਹੋ ਜਾਂਦਾ? ਜੇ ਮੰਨ ਲਓ ਅੱਜ ਆਪਣੇ ਖੇਤ ਦੇ ਵਿੱਚ ਬਦਾਮਾਂ ਦੇ 'ਚ ਇਹ ਚੀਜ਼ ਵਾਪਰ ਗਈ, ਕਿ ਉਹ ਕਿਸੇ ਲਿਮਟਿਡ ਟਾਈਮ ਦੇ ਵਿੱਚ ਹੋ ਜੂ ਜਾਂ ਉਹਨੂੰ ਟਾਈਮ ਲੱਗ ਜੂ? ਨਹੀਂ, ਉਹ ਤਾਂ ਸੇਮ ਚੀਜ਼ ਆ ਜਿੱਦਾਂ ਆਪਣੇ ਬੰਦੇ ਨੂੰ ਹੁੰਦਾ ਗਾ, ਜੀ, ਹੈਨਾ। ਹਾਂਜੀ, ਜੇ ਤਾਂ ਕੈਂਸਰ अर्ਲੀ ਡਿਟੈਕਟ ਹੋ ਜਾਏ, ਹਾਂਜੀ, ਹਾਂਜੀ, ਹਾਂਜੀ। ਉਹਦਾ ਕਿਉਰ ਬੜਾ ਜਾਣੀ ਦੀ ਛੇਤੀ ਹੋ ਜਾਂਦਾ ਹੋ ਜਾਂਦਾ ਤੇ ਉਹ ਹਨਾ? ਸਿਹਤਮੰਦ ਵੀ ਹੋ ਜਾਂਦਾ। ਸਿਹਤਮੰਦ ਵੀ ਬੰਦਾ ਵਾਪਸ ਹੋ ਜਾਂਦਾ। ਹਾਂਜੀ, ਹਾਂਜੀ, ਹੁਣ ਜੇ ਟਰੀਆਂ ਦਾ ਦੇਖੋ ਵੀ ਜੇ ਤੁਸੀਂ 40 ਏਕੜ ਲਾ ਲਓ, ਹਾਂਜੀ। ਉਹ ਤੇ ਤੁਸੀਂ 40 ਤੋਂ $50,000 ਫਰਟੀਲਾਈਜ਼ਰ, ਪੈਸਟੀਸਾਈਡ ਹੋਰ ਖਰਚਦੇ ਆ। ਹੂੰ। ਤੇ ਪਰ ਤੁਸੀਂ ਸੇਵਿੰਗ ਕਰ ਰਹੇ ਆ ਜਿਹੜਾ $100 ਦਾ ਇੱਕ ਟੈਸਟ ਆ, ਠੀਕ ਹੈ, ਠੀਕ ਹੈ। ਜੀ, ਜੀ, ਹੈਨਾ। ਜੀ। ਵੀ ਤੁਸੀਂ ਕਹਿੰਦੇ ਵੀ ਜਾਣਦੀ ਉਹ ਅਸੀਂ ਉਹ ਨਹੀਂ ਲਾਉਣਾ ਟੈਸਟ $100 ਉਹ ਅਸੀਂ 100 ਦੀ ਸੇਵਿੰਗ ਹੋ ਗਈ ਆ, ਠੀਕ ਹੈ। ਹੈਨਾ। ਹੂੰ, ਤੇ ਪਰ ਜਿਹੜਾ 50 ਗਾ ਉਹ ਤੋਂ ਜਾਣਦੀ ਅਸੀਂ 10 ਗੁਣਾ ਜ਼ਿਆਦਾ ਲੂਜ਼ ਕਰ ਜਾਂਦੇ ਆ, ਹੂੰ। ਹੈਨਾ। ਜਿਹੜਾ ਆਪਾਂ ਅੱਗੇ ਵੀ ਪ੍ਰੋਗਰਾਮਾਂ 'ਚ ਕਿਹਾ ਸੀ, ਆਪਦਾ ਸੋਇਲ ਤੇ ਪਾਣੀ ਦਾ ਟੈਸਟ ਜੀ, ਜੀ। ਕਰਾਵੋ ਤੇ ਤੁਸੀਂ ਆਪ ਪੇ ਕਰੋ ਭਾਵੇਂ। ਹੂੰ। ਜੇ ਕੋਈ ਕੰਪਨੀ ਕਹਿੰਦੀ ਅਸੀਂ ਪੇ ਕਰਦੇ ਆ ਨਾ, ਹੂੰ। ਉਹ ਫ੍ਰੀ ਫਰੂ ਕੋਈ ਚੀਜ਼ ਨਹੀਂ ਹੁੰਦੀ, ਨਹੀਂ ਹੁੰਦੀ। ਹੈਨਾ। ਹੂੰ, ਜਾਣਦੀ ਤੁਸੀਂ ਜਾਓ ਟੈਸਟ ਆਪ ਕਹਿ ਕੇ ਕਰਾਵੋ ਵੀ ਅਸੀਂ ਸੋਇਲ ਦਾ ਟੈਸਟ ਕਰਨਾ, ਅਸੀਂ ਹੁਣ ਆਹ ਕਰਨਾਗਾ, ਕਿ ਤੁਹਾਨੂੰ ਆਪ ਨੂੰ ਪਤਾ ਲੱਗਦਾ ਰਹੇ। ਨਹੀਂ ਜਿੱਦਾਂ ਜਾਂਦੀ ਬੰਦੇ ਦੀ ਹੈਲਥ ਆ ਨਾ, ਉਹ ਜਿਹੜੇ ਤੁਹਾਡੇ ਟਰੀ ਆ ਚਾਹੇ ਗ੍ਰੇਪ ਆ, ਤੁਹਾਡੀ ਹੈਲਥ ਦਾ ਤੁਹਾਨੂੰ ਕੋਈ ਪਤਾ ਨਹੀਂ, ਤੁਸੀਂ ਬਲਾਈਂਡਲੀ ਕਰ ਰਹੇ ਆ ਆਪਾਂ, ਹੈਨਾ। ਬਿਲਕੁਲ ਜੀ। ਉਹਦੇ ਜਿਹੜੇ ਸੋਲੂਸ਼ਨ ਫਿਰ ਆਪਾਂ ਦੱਸ ਰਹੇ ਆ ਹੂੰ, ਵੀ ਗਾਹਾਂ ਨੂੰ ਜਿਹੜੇ ਜਾਣਦੀ ਇਹ ਡਿਟੈਕਸ਼ਨ ਉਦੋਂ ਪਤਾ ਲੱਗਦਾ ਜਦੋਂ ਪੱਤੇ ਯੈਲੋ ਹੋ ਜਾਂਦੇ ਆ, ਹਾਂਜੀ, ਹਾਂਜੀ। ਹੈਨਾ। ਵੀ ਜਦੋਂ ਉਹਨਾਂ 'ਚ ਕਮਜ਼ੋਰੀ ਆਉਂਦੀ ਆ, ਉਹਨਾਂ ਨੂੰ ਡਿਜ਼ੀਜ਼ ਵੀ ਜ਼ਿਆਦਾ ਲੱਗਦੀ ਜ਼ਿਆਦਾ ਲੱਗਦੀ ਹੈ। ਹੈਨਾ। ਹੁਣ ਹੂੰ, ਕਈ ਕੰਪਨੀਆਂ ਹੈਗੀਆਂ ਗੀਆਂ, ਉਹ ਜਿਹੜਾ ਕੈਮੀਕਲਸ ਆ ਨਾ, ਜਿਹੜਾ ਆਪਾਂ ਫੰਗਸਾਈਡ ਸਾਰੇ ਬਹੁਤ ਘੱਟ ਯੂਜ਼ ਕਰਦੇ ਆ। ਠੀਕ ਹੈ। ਉਹਨਾਂ ਨੇ ਆਪ ਐਕਸਪੈਰੀਮੈਂਟ ਕਰਕੇ ਦੇਖ ਲਿਆ ਵੀ ਜੇ ਅਸੀਂ ਇਹਨਾਂ ਨੂੰ ਫਰਟੀਲਾਈਜ਼ਰ ਹੈਲਥੀ ਕੰਡੀਸ਼ਨ 'ਚ ਰੱਖਾਂਗੇ ਨਾ, ਹੂੰ। ਸਾਨੂੰ ਦੂਜੀਆਂ ਚੀਜ਼ਾਂ 'ਚ ਨਹੀਂ ਕਰਨਾ ਪੈਣਾ, ਉਹ 'ਚ ਸੇਵਿੰਗਸ ਬਹੁਤ ਹੁੰਦੀ ਆ। ਇਸ ਵਕਤ ਜਿਹੜਾ ਪੈਸਟੀਸਾਈਡ ਦਾ ਖਰਚਾ ਬਹੁਤ ਜ਼ਿਆਦਾ ਹੈਗਾ, ਹੈਨਾ। ਫਿਰ ਦੂਸਰਾ ਇਹ ਵੀ ਆ ਕਿ ਜਦੋਂ ਆਪਾਂ ਦੇਖਦੇ ਆ ਤਰ੍ਹਾਂ ਦੇ ਨਾ ਜਾਣੀ ਦੀ ਅੱਜ ਕੱਲ੍ਹ ਜੈਨੇਰਿਕਸ ਪ੍ਰੋਡਕਟ ਬਹੁਤ ਚੰਗੇ ਆ ਵਿੱਚ, ਠੀਕ ਹੈ, ਹੈਨਾ। ਹੁਣ ਜਿਹੜੀਆਂ ਕੰਪਨੀਆਂ ਮੋਸਟਲੀ ਜਾਣਦੀ, ਜਿੰਨੀ ਕੁ ਮੇਰੀ ਡੀਲਿੰਗ ਹੁੰਦੀ ਆ ਬਾਹਲੇ ਬੰਦਿਆਂ ਤੋਂ ਇਨਪੁਟ ਤੁਸੀਂ ਸਾਰਿਆਂ ਨਾਲ ਲੈ ਕੇ ਦੇਖੋ ਨਾ, ਕੰਪਨੀਆਂ ਨੇ ਪ੍ਰੋਡਕਟ ਨਾਂ ਤੇ ਬੰਦੇ ਗਝਾਲੇ ਆ, ਹੈਨਾ। ਤੁਹਾਨੂੰ ਆਹ ਚਾਹੀਦਾ, ਜਦੋਂ ਅਗਲਾ ਫੋਨ ਕਰੂ ਨਾ ਵੀ ਨਹੀਂ ਜੀ ਮੈਨੂੰ ਜਿੱਦਾਂ ਹਰਬਸਾਈਡ ਲਾਈਫਲਾਈਨ ਚਾਹੀਦੀ ਆ, ਉਹਦੇ ਕਾਸਟ ਭਾਵੇਂ ਜਾਣੀ ਦੀ 3 ਗੁਣਾ ਜ਼ਿਆਦਾ ਹੋਵੇ, ਕਿਉਂ? ਉਸ ਜਿਹੜੀ ਚੀਜ਼ ਤੇ ਗਿੱਝੇ ਵੇ ਆ ਨਾ, ਉਹ ਤੋਂ ਸਭ ਨੂੰ ਉਤਰਨਾ ਪੈਣਾ ਜੀ। ਉਤਰ ਕੇ ਤੁਹਾਨੂੰ ਦੇਖਣਾ ਪੈਣਾ ਵੀ ਹੋਰ ਕਿਹੜੀ ਆਪਸ਼ਨ ਆ, ਰਿਸਕ ਅਸੀਂ ਕਿੰਨਾ ਲੈ ਸਕਦੇ ਆ, ਵੀ ਇੱਕ ਵਾਰੀ ਟੈਸਟਿੰਗ ਕਰਕੇ ਦੇਖੋ, ਹੈਨਾ। ਸੋ ਇਸ ਕਰਕੇ ਹੁਣ ਜਿਹੜਾ ਲੈ ਕੇ ਆ ਰਹੇ ਆ ਅਸੀਂ ਵੀ ਆਪ ਵੀ, ਹੈਨਾ, ਕਿ ਉਸ ਕੰਪਨੀਆਂ ਦੇ ਨਾਲ ਉਹੇ ਜੀ ਟੈਕਨੋਲੋਜੀ ਹੋਵੇ, ਉਹੇ ਜਿਹਾ ਜਾਣਦੀ ਜਿਹੜਾ ਪ੍ਰੋਡਕਟਸ ਮਿਲਣ, ਜਿਹੜਾ ਕਿ ਤੁਹਾਨੂੰ ਕਾਸਟ ਜਾਣਦੀ ਹਮੇਸ਼ਾ ਹੀ ਘਟਾਉਣਾ ਪੈਣਾ, ਠੀਕ ਹੈ, ਹੈਨਾ। ਵੀ ਇਹ ਨਾ ਤੁਸੀਂ ਰੱਖੋ ਵੀ ਜਾਣਦੀ ਅਸੀਂ $2 ਦੇ ਪ੍ਰਾਈਸ ਹੋਊਗੀ ਤੇ ਉਦੋਂ ਅਸੀਂ ਜਾਣੀ ਦੀ ਉਸ ਹਿਸਾਬ ਨਾਲ ਖਰਚ ਕਰੀਏ। ਖਰਚ ਹੁਣ $25 ਤੇ ਕਰਨਾ ਪੈਣਾ, $30 ਤੇ ਕਰਨਾ ਪੈਣਾ, ਹੈਨਾ। ਬਹੁਤ ਔਖਾ ਗਾ, ਹੈਨਾ। ਪਰ ਇਉਂ ਨਹੀਂ ਵੀ ਉਹ ਹੋ ਨਹੀਂ ਸਕਦਾ, ਉਹਨੂੰ ਹੋਣ ਦੇ ਲਈ ਕਈ ਵਾਰੀ ਇਨਵੈਸਟਮੈਂਟ ਵੀ ਕਰਨੀ ਪੈਂਦੀ ਆ, ਹੈਨਾ। ਵੀ ਕੋਈ ਟੈਕਨੋਲੋਜੀ ਯੂਜ਼ ਕਰੀਏ, ਜਿੱਦਾਂ ਹੁਣ ਗਾਂ ਨੈਕਸਟ ਜਿਹੜੇ ਫੇਜ਼ਸ ਆ ਰਹੇ ਆ, ਟੈਸਟਿੰਗ ਕਰ ਰਹੇ ਆ, ਉਹ ਹੈਗਾ ਗਾ ਕਿ ਆਪਣੇ ਜਿਹੜੇ ਹੁਣ ਤੁਸੀਂ ਡ੍ਰਿਪ ਸਿਸਟਮ ਲੈ ਲਓ ਐਗਜ਼ਿਸਟਿੰਗ, ਉਹਨਾਂ ਨੂੰ ਮਾਡੂਲਰ ਕਿੱਦਾਂ ਬਣਾਉਣਾ, ਠੀਕ ਹੈ, ਅੱਛਾ। ਵੀ ਜਿਹੜਾ ਅਸੀਂ ਔਨ ਐਂਡ ਆਫ ਕਿੱਦਾਂ ਕਰੀਏ, ਆਪਦੇ ਜਿਹੜੇ ਪੰਪ ਲੱਗੇ ਆ ਉਹਨਾਂ ਨੂੰ ਔਨ ਐਂਡ ਆਫ ਕਿੱਦਾਂ ਕਰਨਾ ਗਾ, ਤੇ ਉਸ ਪੰਪ ਤੇ ਹੀ ਜਿਹੜੀਆਂ ਚੀਜ਼ਾਂ ਜਿੱਦਾਂ ਅਸੀਂ ਬਬਲ ਦੇ ਨਾਲ ਪਾਉਨੇ ਆ, ਉਸ 5-7 ਚੀਜ਼ਾਂ ਜਿਨ੍ਹਾਂ ਦੀ ਲੋੜ ਆ ਖੇਤ ਦੇ ਵਿੱਚ, ਉਹ ਆਪੇ ਆਪ ਹੀ ਇੰਜੈਕਟ ਹੋਈ ਜਾਣ, ਠੀਕ ਹੈ, ਹੈਨਾ। ਕੰਟਰੋਲ ਹੋ ਕੇ ਟੈਸਟ ਹੋਣ, ਇੰਜੈਕਟ ਹੋ ਜੇ, ਹੈਨਾ। ਸੋ ਜਿਹੜੇ ਇਦਾਂ ਦੇ ਟੂਲਸ ਆ ਰਹੇ ਆ ਨਾ, ਉਹ ਟੂਲ ਬਹੁਤ ਹੀ ਜ਼ਰੂਰੀ ਆ ਤੁਹਾਡੇ ਇੱਕ ਦਾ ਖੇਤ ਠੀਕ ਕਰਨ ਨੂੰ, ਦੂਸਰੀ ਯੀਲਡ ਵਧਾਉਣ ਨੂੰ,
ਤੁਹਾਡੀ ਯੀਲਡ ਥੋੜੀ ਘਣੀ ਜ਼ਿਆਦਾ ਵਧੇ ਤੇ ਤੁਹਾਡਾ ਜਿਹੜਾ ਕਾਸਟ, ਜਿਹੜਾ ਤੁਸੀਂ ਸਾਰੇ ਚੀਜ਼ ਨੂੰ ਇੱਕ ਯੂਨਿਟ ਕਰਦੇ ਆ, ਉਹਨਾਂ ਤੋਂ ਬੈਕ ਆਫ ਹੋ ਕੇ ਥੋੜਾ ਘਣਾ ਜਾਂਦੀ, ਉਹਨਾਂ ਤੇ ਕਾਸਟ ਬਚੇ। ਦੂਸਰਾ, ਜਿਹੜੇ ਕੰਪਨੀਆਂ ਬ੍ਰਾਂਡ ਵੇਚ ਰਹੀਆਂ ਵੀ ਇਸ ਵਕਤ ਅਸੀਂ ਕਮੋਡਿਟੀ ਚ ਪਲੇ ਕਰਦੇ ਆ, ਅਸੀਂ ਵੈਲਿਊ ਕ੍ਰਾਪ ਨਹੀਂ ਗਾ ਇਹ ਸਾਡਾ। ਠੀਕ ਹੈ। ਜੇ ਤੁਸੀਂ ਕਮੋਡਿਟੀ ਚ ਪਲੇ ਕਰਦੇ ਆ, ਤੁਹਾਨੂੰ ਉਹ ਚੀਜ਼ਾਂ ਹਮੇਸ਼ਾ ਹੀ ਜਾਣੀ ਦੀ ਓਪਨ ਰਹਿਣਾ ਚਾਹੀਦਾ ਵੀ ਅਸੀਂ ਟੈਸਟ ਕਰੀਏ ਉਹਦੇ ਨਾਲ। ਤੇ ਬਾਕੀ ਫਿਰ ਜਿਹੜੇ ਰਿਜ਼ਲਟਸ ਆ ਉਹ ਤੁਹਾਨੂੰ ਕੰਪਨੀਆਂ ਨੂੰ ਦੇਣਾ ਚਾਹੀਦਾ ਅੱਡੋ ਅੱਡ, ਵੀ ਸਾਡੇ ਯੀਲਡ ਵੱਧ ਗਈ, ਆਹ ਹੋ ਗਿਆ ਹੈਨਾ, ਤੇ ਪਲਾਨ ਵੀ ਹੁਣ ਅਸੀਂ ਆਹ ਇਸ ਫੇਸ ਤੇ ਆਹ ਚੀਜ਼ਾਂ ਕਰਨੀਆਂ। ਅੱਛਾ, ਕਈ ਵਾਰੀ ਇਹ ਵੀ ਹੁੰਦਾ ਹੋਣਾ ਫੀਲਡ ਦੇ ਵਿੱਚ, ਜਦੋਂ ਖੇਤਾਂ ਦੇ ਵਿੱਚ ਕੰਮਕਾਰ ਕਰਦੇ ਆ ਤੁਸੀਂ, ਇਹਨਾਂ ਚੀਜ਼ਾਂ ਨੂੰ ਡਿਟੈਕਟ ਕਰਦੇ ਹੋ, ਕਈ ਵਾਰੀ ਕੋਈ ਘੌੜੀ ਬੰਦੇ ਵੀ ਮਿਲ ਜਾਂਦੇ ਹੋਣੇ ਆ, ਭਾਜੀ ਕਰਾ ਲਾਂਗੇ, ਜਾਂ ਪਿਛਲੇ ਸਾਲ ਸੋਚਿਆ ਸੀ ਕਰਾਉਣ ਨੂੰ, ਐਤਕੀ ਕਰਾਇਆ ਨਹੀਂ, ਜਾਂ ਮਤਲਬ ਇਸ ਤਰ੍ਹਾਂ ਦੇ ਵੀ ਹੈ। ਫਿਰ ਦੂਜੇ ਪਾਸੇ ਇਹ ਵੀ ਹੈ, ਭਾਜੀ ਯੀਲਡ ਘਟ ਗਈ, ਆਹ ਹੋ ਗਿਆ, ਆਹ ਹੋ ਗਿਆ, ਮਤਲਬ ਇਸ ਤਰ੍ਹਾਂ ਦੀ ਐਕਸਪੀਰੀਅੰਸ ਵੀ ਹੁੰਦੇ ਹੋਣਗੇ। ਨਹੀਂ, ਐਕਚੁਅਲੀ ਨਾ ਜਿੱਦਾਂ ਖੇਤੀ ਦੀ ਨਾ ਇਨਵੈਸਟਮੈਂਟ ਬਹੁਤ ਜ਼ਿਆਦਾ ਗਈ। ਹਾਂਜੀ, ਕੇਅਰ ਤਾਂ ਸਾਰੇ ਹੀ ਕਰਦੇ ਆ, ਉਹਨੇ ਵੀ ਨਹੀਂ ਕਰਦਾ, ਸਭ ਬੰਦਾ ਕੇਅਰ ਕਰਦਾ। ਸਭ ਨੂੰ ਇਹ ਵੀ ਪਤਾ ਵੀ ਮੇਰਾ ਖੇਤ ਚੰਗਾ ਮਾੜਾ ਕਿੱਥੋਂ ਆ। ਅੱਛਾ। ਪਰ ਜਿਹੜਾ ਆਪ ਨੂੰ ਉਹਨਾਂ ਨੂੰ ਜਾਣਦੀ, ਜਿਹੜਾ ਬੰਦਾ ਉਹਨਾਂ ਨੂੰ ਜਾ ਕੇ ਨੌਲੇਜ ਦਿੰਦਾ, ਉਹ ਕਾਸਟ ਬਹੁਤ ਜ਼ਿਆਦਾ ਕਰਦਾ ਗਾ, ਹੈਨਾ। ਤੇ ਆਪ ਨੂੰ ਜਦੋਂ ਤੁਹਾਨੂੰ ਪੂਰਾ ਫੁੱਲ ਨੌਲੇਜ ਨਾ ਹੋਵੇ ਨਾ, ਖੇਤੀ ਜਦੋਂ ਹੁਣ ਕਿਤੇ ਤੋਂ ਲੰਘ ਕੇ ਬਿਜ਼ਨਸ ਚ ਆ ਗਈ ਆ, ਹੈਨਾ, ਤੇ ਉਹ ਜਿਹੜੀ ਡਿਸੀਜਨ ਬਣਾਉਣੀ ਬਹੁਤ ਔਖੀ ਆ, ਹੈਨਾ। ਅਸੀਂ ਕਹਿੰਦੇ ਵੀ ਅਸੀਂ ਉਹਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਾਂ, ਵੀ ਉਹ ਡਿਸੀਜਨਾਂ ਦੇ ਵਿੱਚ ਵੀ ਕੀ ਕਰ ਸਕਦੇ ਆ, ਕਿੱਥੋਂ ਇੱਕ ਸਟੈਪ ਤੋਂ ਦੂਜੇ ਸਟੈਪ ਤੇ ਜਾਣਾ ਕਿੱਦਾਂ, ਹੈਨਾ। ਜੇ ਤੁਸੀਂ ਉਹ ਸਟੈਪ ਨਾ ਕੀਤੀ, ਬਈ ਹੇਠਾਂ ਤੋਂ ਪਾਣੀ ਦਾ ਫਲੱਡ ਆ ਰਿਹਾ ਹੈਗਾ, ਤੁਸੀਂ ਹੌਲੀ ਹੌਲੀ ਉਹ ਚ ਡੁੱਬੋਗੇ। ਜੀ ਬਿਲਕੁਲ ਜੀ। ਸੋ ਪ੍ਰੋਗਰਾਮ ਦੇ ਵਿੱਚ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਫਿਲਹਾਲ ਵਕਤ ਹੋ ਚੱਲਿਆ ਇੱਕ ਹੋਰ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਜਸਬੀਰ ਸਿੰਘ ਜੀ, ਜਲਦ ਵਾਪਸੀ ਕਰਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਅਪਡੇਟ ਫਾਰਮਿੰਗ ਦੇ ਵਿੱਚ ਮੇਰੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਜਸਬੀਰ ਸਿੰਘ ਜੀ। ਜਸਬੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ। ਹਾਂਜੀ, ਥੈਂਕ ਯੂ ਪ੍ਰਵੀਨ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਛਾ, ਆਪਾਂ ਮਿੱਟੀ ਦੀ ਤੇ ਫਰਟੀਲਾਈਜ਼ਰ ਤੇ ਪੈਸਟ ਦੀ ਤਾਂ ਗੱਲ ਕਰ ਹੀ ਚੁੱਕੇ ਹਾਂ। ਕਈ ਵਾਰੀ ਨਾ ਉੱਥੇ ਕਿਉਂਕਿ ਖੇਤੀਬਾੜੀ ਕਰਦੇ ਸੀਗੇ ਤੇ ਇਹ ਦੇਖਣਾ ਵੀ ਜਦੋਂ ਕੋਈ ਹੜ੍ਹ ਆ ਜਾਣਾ ਜਾਂ ਵਾਟਰ ਲੈਵਲ ਤਾਂ ਹੋ ਜਾਣਾ, ਧਰਤੀ ਦਾ ਪਾਣੀ ਦਾ ਵਾਟਰ ਲੌਗਿੰਗ ਹੋ ਜਾਣੀ, ਤੇ ਉਹ ਜਿਹੜੇ ਤੱਤ ਪਾਏ ਹੁੰਦੇ ਸੀ ਉਹਨਾਂ ਨੇ ਵਰਦਾਨ ਬਣਨ ਦੀ ਬਜਾਏ ਉਹ ਕਈ ਵਾਰੀ ਸਰਾਪ ਬਣ ਜਾਂਦੀ ਸੀ, ਉਹ ਬੈਕਫਾਇਰ ਹੋ ਜਾਂਦਾ ਸੀਗਾ। ਸੇਮ ਸਿਚੁਏਸ਼ਨਸ ਸ਼ਾਇਦ ਇੱਥੇ ਵੀ ਹੋਣਗੀਆਂ, ਜਿਵੇਂ ਮੀਂਹ ਪੈਂਦੇ ਆ ਤਾਂ ਉਹ ਰੁੜ ਕੇ ਜਿੱਥੇ ਵੀ ਤੱਤ ਗਏ ਤੇ ਉੱਥੇ ਉਹਨਾਂ ਨੇ ਨੁਕਸਾਨ ਹੀ ਕਰਨਾ, ਫਾਇਦਾ ਤਾਂ ਕੀ ਕਰਨਾ। ਹੁਣ ਜਿਹੜੀ ਸਭ ਤੋਂ ਵੱਡੀ ਲੋੜ ਹੈ, ਜਿਹੜੀ ਦੌੜ ਦੀ ਲੋੜ ਹੈ, ਉਹ ਹੈ ਉਤਪਾਦਨ ਸ਼ਕਤੀ। ਜਿਹਦੀ ਜਿੰਨੀ ਵੱਧ ਹੈ ਉਨੇ ਮੁਨਾਫੇ ਦੇ ਚਾਂਸ ਵੱਧ ਹੈ। ਹੁਣ ਯੀਲਡ ਕਿਵੇਂ ਵਧਾਈ ਜਾਵੇ ਜੀ? ਹੁਣ ਨਾ ਪ੍ਰਵੀਨ ਜੀ, ਜਦੋਂ ਦੇਖੋ ਹਾਲ ਤੱਕ ਨਾ ਜਿਹੜਾ ਆਪਣਾ ਵੈਦਰ ਆ ਉਹ ਬਹੁਤ ਠੰਡਾ ਰਿਹਾ। ਠੀਕ ਹੈ ਜੀ। ਥਰੂ ਆਊਟ ਕੈਲੀਫੋਰਨੀਆ ਜੀ। ਉਹਦੇ ਨਾਲ ਸਾਰੇ ਕੋਈ ਵੀ ਟਰੀ ਆ, ਵਿਨੇਡ ਆ, ਹਰੇ ਹਰੇ, ਬਹੁਤ ਹੈਲਥੀ ਆ ਜੀ, ਹੈਨਾ। ਹੁਣ ਲੁੱਕ ਸੋਹਣੀ ਹੈ, ਲੁੱਕ ਬਹੁਤ ਸੋਹਣੀ ਆ ਹਾਂਜੀ, ਹਨਾ ਇਸ ਵਕਤ। ਤੇ ਪਰ ਜਦੋਂ ਉਹਨਾਂ ਨੂੰ ਟੈਸਟ ਕਰਦੇ ਆ ਉਹਨਾਂ 'ਚ ਕਮਜ਼ੋਰੀਆਂ ਆ ਗਈਆਂ ਜੀ, ਹੈਨਾ। ਉਹ ਕਮਜ਼ੋਰੀਆਂ ਉਦੋਂ ਆਉਣਗੀਆਂ ਜਦੋਂ ਉਹਨਾਂ ਤੇ ਸਟ੍ਰੈਸ ਪਈ। ਠੀਕ ਹੈ। ਸਟ੍ਰੈਸ ਆ ਰਹੀ ਆ ਹੁਣ ਆ ਵੀਕਐਂਡ ਤੇ। ਠੀਕ ਹੈ। ਜਦੋਂ ਟੈਂਪਰੇਚਰ ਵਧਿਆ ਨਾ ਉਦੋਂ ਉਹ ਬੂਟਿਆਂ ਨੂੰ ਸਟ੍ਰੈਸ ਆਊਗੀ। ਠੀਕ ਹੈ। ਹਾਲ ਤਾਈਂ ਉਹਨਾਂ ਨੂੰ ਸਟ੍ਰੈਸ ਨਹੀਂ ਆਈ। ਜਦੋਂ ਮੌਜ ਭਾਰਾਂ 'ਚ ਹੀ ਆ, ਜਦੋਂ ਉਹ ਟੈਸਟ ਸਟ੍ਰੈਸ ਆ ਗਈ ਫਿਰ ਉਹਨੇ ਆਲਟਰ ਕਰਨਾ ਸ਼ੁਰੂ ਕਰ ਦੇਣਾ। ਠੀਕ ਹੈ। ਜਿੱਦਾਂ ਆਪਾਂ ਐਗਜ਼ਾਮਪਲ ਦਿੱਤਾ ਸੀ ਨਾ ਅੱਗੇ, ਕਈਆਂ ਦਾ ਪਾਣੀ ਸ਼ਿਫਟ ਹੋਣ ਦੇ ਨਾਲ ਕਈਆਂ ਦਾ ਪੀਐਚ ਵੱਧ ਗਿਆ, ਕਈਆਂ ਦਾ ਘਟ ਗਿਆ। ਠੀਕ ਹੈ, ਠੀਕ ਹੈ, ਹੈਨਾ। ਪੀਐਚ ਇੱਕ ਏਦਾਂ ਦੀ ਚੀਜ਼ ਆ ਜਿਹੜਾ ਤੁਹਾਡੇ ਪੰਪ ਦੇ ਵਿੱਚੋਂ ਪਾਣੀ ਦਾ ਪੀਐਚ ਆਉਂਦਾ ਗਾ, ਉਹ ਜੇ ਨਾ ਸੈੱਟ ਹੋਊਗਾ ਤੁਹਾਡੇ ਦਰਖਤ, ਵਿਨੇਡ, ਕੁਝ ਵੀ ਕਈ ਚੀਜ਼ਾਂ ਚੱਕਦੇ ਨਹੀਂ ਜੀ। ਜੇ ਹਾਈ ਹੋਵੋ ਕਈ ਇੱਕ ਸੈੱਟ ਨਹੀਂ ਚੱਕਦੇ, ਜੇ ਲੋ ਹੋਵੋ ਦੂਸਰਾ ਸੈੱਟ ਨਹੀਂ ਚੱਕਦੇ। ਉਹ ਬਰੋਬਰ ਜਿਹਾ ਚਾਹੀਦਾ, 6.5 ਤੋਂ 7। ਉਹਦੇ ਨਾਲ ਵਾਲਟਰ ਹੋ ਗਿਆ ਜੀ, ਹੈਨਾ। ਕਈਆਂ ਦੇ ਜਿਹੜਾ ਸੋਡੀਅਮ ਆ ਉਹ ਲੀਚ ਹੋ ਗਿਆ, ਕਈਆਂ ਦੇ ਉੱਥੇ ਵੱਧ ਗਿਆ। ਉਹ ਵੀ ਕੰਡੀਸ਼ਨਾਂ ਹੁਣ ਟੈਸਟ ਹੋਣਗੀਆਂ ਜਦੋਂ ਸਟ੍ਰੈਸ ਦੇ ਕੰਡੀਸ਼ਨ 'ਚ। ਠੀਕ ਹੈ। ਜਿੱਦਾਂ ਅੱਗੇ ਆਪਾਂ ਕਹਿੰਦੇ ਸੀ ਕਈਆਂ ਦਾ ਮੈਗਨੀਸੀਅਮ ਵਧਿਆ, ਹੈਨਾ। ਮੇਨ ਗੱਲ ਕਹੀ ਜਾਂਦੀ ਆ ਵੀ ਜਿੱਥੇ ਜੇ ਤੁਹਾਡੇ ਪਿਛਲੇ ਸਾਲਾਂ ਦੇ ਵਿੱਚ ਬਦਾਮ ਜਾਣੀ ਦੀ ਤੁਹਾਨੂੰ ਪਹਿਲਾਂ ਬਹੁਤ ਲੱਗਦਾ ਸੀ, ਬਦਾਮਾਂ ਤੇ ਪਹਿਲਾਂ ਸ਼ੁਰੂ ਹੁੰਨੇ ਆ ਹਾਂਜੀ, ਬਈ ਸਾਈਜ਼ ਬਹੁਤ ਵੱਡਾ ਸੀ ਜੀ, ਪਰ ਜਦੋਂ ਹਾਰਵੈਸਟਿੰਗ ਕੀਤੀ ਉਹ ਫਿਰ ਰਿਹਾ ਹੀ ਕੁਝ ਨਹੀਂ, ਹੈਨਾ। ਉਹਦਾ ਮਤਲਬ ਮੇਨ ਉਹ ਹੈਗਾ ਗਾ ਵੀ ਜਾਣਦੀ ਪਹਿਲਾਂ ਚੰਗੇ ਸੀ, ਜਦੋਂ ਸਟ੍ਰੈਸ ਆਈ ਟੈਂਪਰੇਚਰ ਦੀ, ਪਾਣੀ ਦਾ ਵੀ ਸਟ੍ਰੈਸ ਆਊਗਾ ਤੇ ਉਹ ਸਟ੍ਰੈਸ ਦੇ ਵਿੱਚ ਉਹਨਾਂ ਨੇ ਬੂਟਿਆਂ ਨੇ ਨਟਾਂ ਦੇ ਵਿੱਚੋਂ ਖਿੱਚਣਾ ਸ਼ੁਰੂ ਕਰ ਦੇਣਾ ਜੀ। ਜਿਹੜੀ ਬੂਟੇ ਨੂੰ ਘਾਟ ਆ ਉਹ ਨਟਾਂ ਚੋਂ ਲੈ ਲੈਣੀ ਆ। ਅੱਗੇ ਤਾਂ ਪਾਉਂਦੇ ਆ, ਫਿਰ ਉਹਨਾਂ ਚੋਂ ਖਿੱਚਣੀ ਸ਼ੁਰੂ ਕਰ ਦਿੰਦੇ, ਹੈਨਾ। ਜਦੋਂ ਉਹ ਹੋ ਗਏ ਉਹਨਾਂ ਦੇ ਜਿਹੜੇ ਜਾਣਦੀ ਸਿੰਪਟਮ ਹੋਣਗੇ ਕਿ ਬਦਾਮ ਸਾਈਜ਼ ਘਟ ਜੂ, ਪਿਲ ਜੇ ਹੋਊਗਾ, ਹੈਨਾ। ਤੇ ਫਿਰ ਆਹ ਹੁਣ ਹਾਊ ਸਪਲਿਟ ਆ ਰਹੀ ਆ, ਉਦੋਂ ਸਟ੍ਰੈਸਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਹੈਨਾ। ਜਿੱਦਾਂ ਡਿਲੀਵਰੀ ਟਾਈਮ ਹੁਣ ਆ ਰਿਹਾ ਗਾ, ਹੈਨਾ, 2-3 ਹਫ਼ਤਿਆਂ ਨੂੰ। ਤੇ ਇੱਕ ਤਾਂ ਆਪਦਾ ਜਿਹੜਾ ਜਾਣਦੀ ਨਾ ਸਾਰੇ ਉਹ ਨਿਊਟਰੀਅਨ ਲੈਵਲਸ ਆ ਉਹਨਾਂ ਨੂੰ ਪੂਰਾ ਜਾਣਦੀ ਐਡੁਕੇਟ ਹੋਣ ਪੱਤਿਆਂ ਦੇ ਟੈਸਟ ਦੇ ਨਾਲ ਜੀ, ਹੈਨਾ। ਜੇ ਘੱਟ ਆ ਉਹ ਹੁਣ ਪੂਰੇ ਕਰਨ ਦੀ ਲੋੜ ਆ, ਕਰਕੇ ਅਗਲੇ ਸਾਲ ਦੀ ਯੀਲਡ ਵੀ ਹੁਣ ਸੈੱਟ ਹੋਣੀ ਆ। ਜਿਹੜਾ ਹੁਣ ਆਹ ਅਗਲਾ ਮਹੀਨਾ ਆਉਣਾ ਸਟ੍ਰੈਸ ਦਾ ਟਾਈਮ ਆ। ਤੇ ਇੱਕ ਜਿਹੜਾ ਸਭ ਤੋਂ ਜ਼ਰੂਰੀ ਜ਼ਿਆਦਾ ਇਸ ਵਕਤ ਰਹਿ ਗਿਆ, ਹੁਣ ਨਾਈਟ੍ਰੋਜਨ ਦਾ ਸਾਈਕਲ ਮੁੱਕ ਗਿਆ। ਠੀਕ ਹੈ, ਹੈਨਾ। ਤੇ ਜਿੱਥੇ ਗੱਲ ਆਉਂਦੀ ਫਾਸਫੇਟ ਤੇ ਪੋਟੈਸੀਅਮ ਦੀ ਆਉਂਦੀ, ਜਿੱਥੇ ਪੋਟੈਸੀਅਮ ਰਾਈਟ ਟਾਈਪ ਦਾ ਜੇ ਤੁਸੀਂ ਨਹੀਂ ਪਾਇਆ, ਹਾਂਜੀ, ਚੱਕ ਨਾ ਹੋਇਆ, ਟਰੀ ਦੇ ਵਿੱਚ ਨਹੀਂ ਗਿਆ, ਉਹਦੇ ਨਾਲ ਤੁਹਾਡੇ ਸਾਈਜ਼ ਦੇ ਤੇ weight ਤੇ ਫਰਕ ਪੈ ਜਾਣਾ। ਠੀਕ ਹੈ। ਆਹ ਮਹੀਨੇ ਦੇ ਵਿੱਚ ਵੀ ਤੁਹਾਡੇ ਜਿਹੜੇ ਕ੍ਰਾਪ ਦੀ ਯੀਲਡ ਆ 20 ਤੋਂ 25% ਫਰਕ ਪੈ ਸਕਦਾ। ਠੀਕ ਹੈ, ਜੇ ਤੁਸੀਂ ਪਹਿਲਾਂ ਪਾਇਆ ਜਾਂ ਜੇ ਤਾਂ ਰਾਈਟ ਚੀਜ਼ ਪਾਈ ਆ ਠੀਕ ਆ। ਕਈਆਂ ਨੇ SOP ਪਾਈ ਆ, ਉਹ SOP ਲੱਗਦੀ ਨਹੀਂ, ਗਰਾਊਂਡ ਚੋਂ ਚੱਕ ਨਹੀਂ ਰਿਹਾ, ਪੀਐਚ ਖਰਾਬ ਆ, ਹੋਰ ਚੀਜ਼ਾਂ ਖਰਾਬ ਆ, ਹੈਨਾ। ਪਰ ਹੁਣ ਟਾਈਮ ਹੈਗਾ ਕਿ ਆਪਦਾ ਜੜਨ ਦੀ ਫੁੱਲ ਟਿਸ਼ੂ ਟੈਸਟ ਕਰਕੇ
ਜਿਹੜੇ ਲੈਵਲ ਤੇ ਟਿਸ਼ੂਜ਼ ਹੈਗਾ ਜੇ ਨਹੀਂ ਉਹਨਾਂ ਨੂੰ ਐਡ ਕਰਕੇ ਹੂੰ ਵੀ ਉਹਨਾਂ ਨੂੰ ਪੂਰਾ ਕਰ ਦਿਓ, ਉਹ ਠੀਕ ਆ ਵੀ ਅਗਲੇ ਸਾਲ ਨੂੰ ਵੀ ਯੀਲਡ ਵਧੋ, ਸੋਹਣੀ ਆਵੇ, ਹੈ ਨਾ, ਜਿਹੜੀ ਹੈਲਥ ਕਹਿੰਦੇ ਆ, ਤੇ ਐਰਕੀ ਵੀ ਉਹਨਾਂ ਦੀ ਯੀਲਡ ਵਧੇ। ਇਹ ਵੀ ਅੱਛਾ ਅੱਛਾ, ਜੇ ਬੂਟਾ ਕਿਸੇ ਵੀ ਗੱਲੋਂ ਵੀਕ ਹੈ ਹੂੰ ਫਿਰ ਉਹਨੇ ਤੱਤ ਨਹੀਂ ਚੱਕਣੇ, ਤੱਤ ਨਾ ਚੱਕੇ ਤਾਂ ਉਹਦੀ ਜਿਹੜਾ ਵੀ ਉਹਨੇ ਪੈਦਾ ਕਰਨੀ ਚੀਜ਼ ਉਹਤੇ ਅਸਰ ਪੈਣਾ ਸੁਭਾਵ ਕੀ ਹੈ। ਹਾਂ, ਉਹ ਪੂਰਾ ਸੋ ਜਾਂਦੀ ਇਹ ਜਿਹੜਾ ਨਿਊਟ੍ਰੀਐਂਟਸ ਜਿਹੜਾ ਉਹ ਇੱਕ ਬੈਲੈਂਸ ਆ ਉਹਨੂੰ ਸਿੱਧਾ ਰੱਖਣਾ ਜ਼ਰੂਰੀ ਹੈ। ਸਿੱਧਾ ਰੱਖਣਾ ਬਹੁਤ ਜ਼ਰੂਰੀ, ਜ਼ਿਆਦਾ ਵੀ ਨਾ ਹੋਣ ਤੇ ਘੱਟ ਵੀ ਨਾ ਘੱਟ ਵੀ ਨਾ ਹੋਣ, ਜ਼ਿਆਦਾ ਹੋ ਗਏ ਫਿਰ ਵੀ ਕੰਮ ਖਰਾਬ ਹੈ। ਹੁਣ ਜਿਹੜੇ ਬਾਹਲੇ ਆਪਣੇ ਫਾਰਮਰ ਆ ਉਹਨਾਂ ਦੇ ਇਸ਼ੂਜ਼ ਆ ਰਹੇ ਆ ਸੌਗੀ ਦੇ। ਠੀਕ ਹੈ ਜੀ। ਸੌਗੀ ਦਾ ਵੀ ਹੁਣ ਜਾਂਦੀ ਗ੍ਰੇਪਸ ਦੇ ਵਿੱਚ ਬੈਰੀਜ਼ ਬਣ ਗਈਆਂ, ਪਾਣੀ ਜਿਹਾ ਪੈਣਾ ਸ਼ੁਰੂ ਹੋ ਗਿਆ। ਬਾਹਲੇ ਫਾਰਮਰਸ ਇਹ ਆ ਕਿ ਉਹਨਾਂ ਦੀ ਸੌਗੀ ਗੁੱਛੇ ਬਹੁਤ ਲੱਗੇ ਆ, ਠੀਕ ਹੈ, ਪਰ ਪਰ ਇੰਨੀ ਲਾਈਟ ਆ ਉਹ ਪੱਖੇ ਨਾਲ ਹੀ ਉੱਡ ਜਾਂਦੀ ਆ। ਅੱਛਾ, ਉਹਦਾ ਭਾਰ ਹੈ ਹੀ ਨਹੀਂਗਾ, ਹੈ ਨਾ, ਭਾਰ ਹੈ ਨਹੀਂ ਤਾਂ ਤੁਹਾਡੀ ਕੀਮਤ ਹੈ ਨਹੀਂ, ਕੀਮਤ ਹੈ ਨਹੀਂ, ਹੈ ਨਾ। ਬਿਲਕੁਲ ਸਹੀ। ਭਾਰ ਬਣਾਉਣਾ ਪੋਟੈਸ਼ੀਅਮ ਨੇ, ਹੈ ਨਾ, ਉਹਨਾਂ ਤੇ ਵੀ ਤੁਹਾਡਾ ਪੂਰਾ ਪਲਾਨ ਹੋਣਾ ਚਾਹੀਦਾ ਵੀ ਕਿੰਨਾ ਅਸੀਂ ਪੋਟੈਸ਼ੀਅਮ ਫੋਲੀਅਰ ਕਰੀਏ, ਠੀਕ ਹੈ, ਕਿੰਨਾ ਅਸੀਂ ਸੋਇਲ ਦੇ ਵਿੱਚ ਪਾਈਏ, ਜਿਹੜਾ ਕਿ ਦੋਨਾਂ ਦਾ ਬੈਲੈਂਸ ਹੋ ਜੇ ਜੀ। ਕਈ ਵਾਰੀ ਪੋਟੈਸ਼ੀਅਮ ਹੋਰ ਚੀਜ਼ਾਂ ਵੀ ਨਹੀਂ ਚੱਕਣ ਦਿੰਦੀਆਂ। ਇਹ ਜਿਹੜਾ ਸਾਰੀ ਬੈਲੈਂਸ ਦੀ ਗੇਮ ਆ ਨਾ, ਜੇ ਤੁਸੀਂ ਕਹੋ ਵੀ ਜਾਣੀ ਦੀ ਜੇ ਰੋਟੀ ਵੀ ਖਾਣੀ ਆ, ਜੇ ਤੁਹਾਡੀਆਂ ਉਂਗਲਾਂ ਦੇ ਸੱਟ ਵੱਜੀ ਆ ਤਾਂ ਬੁਰਕੀ ਨਹੀਂ ਚੱਕ ਮੂੰਹ ਚ ਪਾ ਹੋਣੀ, ਹੈ ਨਾ। ਇਸ ਕਰਕੇ ਜਾਣੀ ਦੀ ਉਹ ਜਿਹੜੇ ਸਾਰੇ ਪ੍ਰੋਪਰ ਜਾਣੀ ਦੀ ਉਹਨਾਂ ਨੂੰ ਕਰਨਾ ਪੈਣਾ। ਸੋ ਪੋਟੈਸ਼ੀਅਮ ਦੀ ਬਹੁਤ ਜ਼ਰੂਰੀ ਆ, ਤੇ ਇਹ ਹੈਗਾ ਗਾ ਵੀ ਜਾਣੀ ਦੀ ਤੁਸੀਂ ਅਪਲਾਈ ਕਿੱਦਾਂ ਕਰਨਾ। ਹਾਂਜੀ, ਤੇ ਫਿਰ ਜਿਹੜੇ ਦੂਸਰੇ ਕ੍ਰਾਪ ਵੀ ਆ ਉਹਨਾਂ ਤੇ ਵੀ ਆਪਾਂ ਨੂੰ ਬੈਲੈਂਸ ਰੱਖਣਾ ਪੈਣਾ, ਹੈ ਨਾ। ਸੋ ਪ੍ਰਵੀਨ ਜੀ, ਇਸ ਕਰਕੇ ਨਾ ਹੁਣ ਜਿਹੜੇ ਜਾਣੀ ਦੀ ਬਦਾਮਾਂ ਤੇ ਗ੍ਰੇਪਾਂ ਦਾ ਬਹੁਤ ਕ੍ਰਿਟੀਕਲ ਸੀ ਹੈਗਾ ਗਾ ਟਾਈਮ ਦੋਨਾਂ ਦਾ ਹੀ, ਤੇ ਪਿਸਤੇ ਦਾ ਵੀ ਸੇਮ ਆ, ਹੈ ਨਾ। ਪਿਸਤੇ ਦੇ ਵਿੱਚ ਹੁਣ ਇਸ ਵਕਤ ਜਿਹੜੀ ਜਾਣੀ ਦੀ ਅਪਟੇਕ ਹੋਣੀ ਚਾਹੀਦੀ, ਹੁਣ ਨਟ ਫਿਲ ਹੋ ਰਹੇ ਆ, ਠੀਕ ਹੈ। ਜੇ ਉਹਨਾਂ ਨਟ ਫਿਲ ਦੇ ਵੇਲੇ ਰਾਈਟ ਪ੍ਰੋਪਰ ਨਿਊਟ੍ਰੀਸ਼ਨ ਨਹੀਂ ਦਿੱਤਾ ਜਿਹੜੀ ਚਾਹੀਦੀ ਆ, ਉਹਦੇ ਉਹ ਨਟ ਫਿਲ ਘਟ ਜਾਣੇ ਆ, ਕਈ ਬਲੈਂਕਸ ਆ ਜਾਂਦੇ ਆ, ਹੈ ਨਾ। ਸੋ ਜਿਹੜੀਆਂ ਸਾਰੀਆਂ ਕੰਡੀਸ਼ਨਾਂ ਨਾ, ਇਹ ਜਾਂਦੀ ਹਰ ਇੱਕ ਟਾਈਮ ਤੇ ਸੀਜ਼ਨ ਦੇ ਵਿੱਚ ਅੱਡੋ ਅੱਡ ਮਾਨੀਟਰ ਕਰਨ ਦੀ ਲੋੜ ਆ, ਠੀਕ ਹੈ। ਮਾਨੀਟਰ ਕਰਕੇ ਫਿਰ ਉਦਾਂ ਦੀਆਂ ਚੀਜ਼ਾਂ ਤੁਸੀਂ ਉਹਦੇ ਵਿੱਚ ਪਾ ਸਕਦੇ ਆ ਕਿ ਤੁਸੀਂ ਆਪਦੀ ਯੀਲਡ ਨੂੰ ਮੈਕਸਿਮਾਈਜ਼ ਕਰੋ, ਜੀ, ਹੈ ਨਾ। ਬਾਹਲੇ ਕਈ ਵਾਰੀ ਹੁੰਦਾ ਫਾਰਮਰ ਕੇ ਕਾਸਟ ਤਾਂ ਪਾ ਰਹੇ ਆ, ਪੈਸੇ ਲਾ ਰਹੇ ਆ, ਪਰ ਉਹ ਪੈਸੇ ਸਹੀ ਨਹੀਂ ਲੱਗ ਰਹੇ, ਤੇ ਉਸੇ ਕਰਕੇ ਜਿਹੜਾ ਆਪਾਂ ਪਹਿਲਾਂ ਵੀ ਕਿਹਾ ਵੀ ਜਿਹੜੇ ਆਪਾਂ ਹੁਣ ਆਉਂਦੇ ਟਾਈਮ ਤੇ ਨਾ ਸਿਸਟਮਸ ਬਣਾ ਰਹੇ ਆ, ਉਹਨੂੰ ਡਿਟੈਕਟ ਕਿੱਦਾਂ ਕਰੀਏ ਤੇ ਉਸ ਥਾਵਾਂ ਤੇ ਵਿੱਚ ਕਿੱਦਾਂ ਦੀਆਂ ਚੀਜ਼ਾਂ ਪਾਈਏ ਥੋੜੇ ਘਣੇ ਲੋਕਲ ਏਰੀਆ ਦੇ ਵਿੱਚ, ਕਿ ਜਿਹੜਾ ਜਾਣਦੀ ਉਹਦਾ ਮੈਕਸਿਮਮ ਇਫੈਕਟ ਹੋ ਜਾਏ। ਜੀ ਬਿਲਕੁਲ ਜੀ। ਸੋ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਤੁਹਾਡੇ ਜ਼ਰੂਰ ਜਿਹੜੀਆਂ ਤੁਹਾਡੀਆਂ ਜਾਣਕਾਰੀਆਂ ਨੇ ਉਹਨਾਂ 'ਚ ਵਾਧਾ ਹੋਇਆ ਹੋਊਗਾ। ਆਪਣਾ ਜਿਹੜਾ ਸਮਾਂ ਜੀ ਜਸਬੀਰ ਸਿੰਘ ਜੀ ਉਹ ਸਮਾਪਤੀ ਵੱਲ ਹੈ ਜੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਤੇ ਬੜੀਆਂ ਕੀਮਤੀ ਸਾਡੇ ਕਿਸਾਨਾਂ ਦੇ ਲਈ ਜਿਹੜੀਆਂ ਗੱਲਾਂ ਨੇ ਉਹ ਸਾਂਝੀਆਂ ਕੀਤੀਆਂ ਨੇ, ਬੜੀਆਂ ਕੀਮਤੀ ਜਾਣਕਾਰੀਆਂ ਦਿੱਤੀਆਂ ਨੇ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਬਿਲਕੁਲ ਜੀ, ਆਪਣੇ ਨਾਲ ਜੁੜੇ ਸਨ ਜਸਬੀਰ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਮਸਲਿਆਂ ਨੂੰ ਲੈ ਕੇ ਗੱਲਬਾਤ ਕੀਤੀ, ਕਈ ਅਹਿਮ ਨੁਕਤਿਆਂ ਨੂੰ ਲੈ ਕੇ ਚਰਚਾ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਡਿਸਆਰਡਰ ਹੈ, ਜਿਹੜਾ ਨਿਊਟ੍ਰੀਐਂਟਸ ਦਾ ਡਿਸਆਰਡਰ ਜਿਹਨੂੰ ਕਹਿ ਦਿੰਦੇ ਆਪਾਂ, ਉਹਦੇ ਵਿੱਚ ਉਹਨੂੰ ਮੇਨਟੇਨ ਕਿਵੇਂ ਕਰਨਾ ਵਾ, ਉਹਨੂੰ ਸਹੀ ਕਿਵੇਂ ਰੱਖਣ, ਤੇ ਦੂਜੀ ਗੱਲ ਇਹ ਹੈ ਕਿ ਜੇਕਰ ਤੁਹਾਡੀ ਮਿੱਟੀ ਸਹੀ ਨਹੀਂ ਹੈ, ਤੇ ਜੇਕਰ ਤੁਹਾਡੀਆਂ ਹੋਰ ਚੀਜ਼ਾਂ ਬੂਟੇ ਦੀਆਂ ਸਿਹਤ ਸਹੀ ਨਹੀਂ ਹੈ, ਤੇ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਧਰਤੀ ਦਾ ਵੀ, ਤਾਂ ਉਹ ਸਹੀ ਨਹੀਂ ਹੈ, ਤਾਂ ਫਿਰ ਤੁਹਾਡੀ ਜਿਹੜੀ ਉਤਪਾਦਨ ਆ ਉਹ ਤਾਂ ਪ੍ਰਭਾਵਿਤ ਹੋਣੀ ਲਾਜ਼ਮੀ ਹੈ। ਤੇ ਜੇਕਰ ਉਹ ਪ੍ਰਭਾਵਿਤ ਹੋ ਗਈ, ਤੇ ਜਿਵੇਂ ਜਸਵੀਰ ਜੀ ਨੇ ਕਿਹਾ ਕਿ ਜੇਕਰ ਸੌਗੀ ਮਾੜੀ ਹੈ, ਉਹ ਪੋਟਾਸ਼ੀਅਮ ਦੀ ਕਮੀ ਕਰਕੇ ਵੇਟ ਨਹੀਂ ਬਣਨਾ, ਜੇ ਵੇਟ ਨਾ ਬਣਿਆ ਤੇ ਫਿਰ ਪੈਸੇ ਨਹੀਂ ਵੱਟੇ ਜਾਣੇ, ਗੱਲ ਉੱਥੇ ਹੈਗੀ। ਸੋ ਅਗਲਾ ਪ੍ਰੋਗਰਾਮ ਪੰਜਾਬੀ ਰੇਡੀਓ ਜੈਸੇ ਦਾ ਸਿਹਤ ਸੰਭਾਲ ਬਲਵਿੰਦਰ ਕੌਰ ਜੀ ਲੈ ਕੇ ਆ ਰਹੇ ਨੇ ਕੁਝ ਮਿੰਟਾਂ ਦੇ ਵਿੱਚ, ਉਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ ਉਸ ਪ੍ਰੋਗਰਾਮ ਦੇ ਵਿੱਚ ਸਿਹਤ ਸਮੱਸਿਆਵਾਂ ਦੇ ਨਾਲ ਜੁੜੇ ਅਹਿਮ ਨੁਸਖਿਆਂ ਦੇ ਬਾਰੇ ਜਿਹੜੀ ਆ ਉਹ ਚਰਚਾ ਕੀਤੀ ਜਾਂਦੀ ਹੈ, ਤੇ ਇਹਨਾਂ ਨੁਸਖਿਆਂ ਦੇ ਵਿੱਚ ਜਿਹੜੇ ਨੁਸਖੇ ਸਾਂਝੇ ਕਰਦੇ ਨੇ ਉਹ ਆਡੀਅנס ਹੀ ਹੁੰਦੀ ਹੈ, ਆਪ ਹੀ ਜਿਹੜੇ ਮਰੀਜ਼ ਹੁੰਦੇ ਨੇ, ਤੇ ਆਪ ਹੀ ਜਿਹੜੇ ਨਿੱਜੀ ਤਜਰਬਿਆਂ ਦੇ ਵਿੱਚ ਆਡੀਅנס ਜਿਹੜੀ ਆ ਉਹ ਆਪਣੇ ਤਜਰਬੇ ਜਿਹੜੇ ਆ ਉਹ ਸਾਂਝੇ ਕਰਦੇ, ਨਿੱਜੀ ਨੁਸਖੇ ਜਿਹੜੇ ਆ ਉਹ ਸਾਂਝੇ ਕਰਦੇ ਆ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ।